ਔਨ 에ਅਰ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਵਿੰਦਰ ਸਿੰਘ ਬੱਦਨ ਅਤੇ ਮੇਰੇ ਨਾਲ ਮੇਰੇ ਸਹਿਯੋਗੀ ਨੇ ਕਮਲਜੀਤ ਸਿੰਘ। ਇਸ ਗੱਲ ਤੇ ਚਰਚਾ ਕਰਾਂਗੇ ਕਿ ਜੋ ਅੱਜ ਕਿਸਾਨਾਂ ਵੱਲੋਂ ਦਿੱਲੀ ਦੀ ਪ੍ਰੈਸ ਕਲੱਬ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ, ਉਸ ਵਿੱਚ ਕੀ ਖਾਸ ਰਿਹਾ ਅਤੇ ਕਿਵੇਂ ਇਹ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਇਆ ਜਾਵੇਗਾ। ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਕਿਸਾਨਾਂ ਦੀ ਜੋ ਇੱਕ ਰਣਨੀਤੀ ਹੈ ਉਹ ਕਿਵੇਂ ਕੰਮ ਕਰੇਗੀ ਤੇ ਤੁਸੀਂ ਉਸ ਵਿੱਚ ਕਿਵੇਂ ਸ਼ਾਮਲ ਹੋ ਸਕਦੇ ਹੋ। ਕਿਵੇਂ 26 ਜਨਵਰੀ ਨੂੰ ਕਿਸਾਨ ਭਾਜਪਾ ਸਰਕਾਰ ਨੂੰ ਹਰ ਪਾਸਿਓਂ ਘੇਰ ਲਵੇਗੀ। ਕਮਲਜੀਤ ਜੀ, ਅੱਜ ਦਿੱਲੀ ਵਿੱਚ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਬਹੁਤ ਵੱਡਾ ਇੱਕ ਕਹਿ ਲਿਓ ਉਪਲਬਧੀ ਹੈ ਕਿ ਦਿੱਲੀ ਦੇ ਪ੍ਰੈਸ ਕਲੱਬ ਵਿੱਚ ਕਿਸਾਨ ਪਹੁੰਚ ਗਏ। ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਹਿ ਦਿੱਤਾ ਕਿ 15 ਦਿਨ ਹੁਣ ਅਸੀਂ ਭਾਜਪਾ ਸਰਕਾਰ ਨੂੰ ਭਾਜੜ ਪਾਵਾਂਗੇ। ਉਹਨਾਂ ਨੇ 26 ਜਨਵਰੀ ਨੂੰ ਐਲਾਨ ਕਰ ਦਿੱਤਾ ਹੈ ਕਿ ਅਸੀਂ ਦਿੱਲੀ ਵਿਖੇ ਟਰੈਕਟਰਾਂ ਦੇ ਉੱਤੇ ਕੌਮੀ ਝੰਡੇ, ਸੰਘਰਸ਼ ਦੇ ਝੰਡੇ ਲਗਾ ਕੇ ਪਰੇਡ ਕੱਢਾਂਗੇ। ਨਾਮ ਦੇ ਦਿੱਤਾ ਗਿਆ ਹੈ ਕਿਸਾਨ ਪਰੇਡ। 26 ਜਨਵਰੀ ਬਹੁਤ ਵੱਡਾ ਦਿਹਾੜਾ ਹੈ ਪੰਜਾਬ ਪੂਰੇ ਭਾਰਤ ਦੇ ਲਈ। ਬਾਹਰੋਂ ਸਾਡੇ ਕੋਈ ਖਾਸ ਗੈਸਟ ਵੀ ਆਉਂਦੇ ਨੇ, ਪ੍ਰਧਾਨ ਮੰਤਰੀ ਜੀ ਕੋਲ ਆਉਂਦੇ ਨੇ, ਉੱਥੇ ਰਸਮ ਨਿਭਾਈ ਜਾਂਦੀ ਹੈ। ਤਾਂ ਉਸੇ ਦਿਨ ਕਿਸਾਨਾਂ ਦੀ ਰੈਲੀ ਹੈ। ਕੀ ਸੋਚਦੇ ਹੋ ਕਿਸਾਨਾਂ ਦੇ ਇਸ ਵੱਡੇ ਕਦਮ ਦੇ ਬਾਰੇ? ਬਿਲਕੁਲ, ਜੇ ਗੱਲ ਕੀਤੀ ਜਾਵੇ ਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਹੁਣ ਤੱਕ ਇਹੀ ਹੋਇਆ ਕਿ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਹਜੇ ਤੱਕ ਕੋਈ ਵੀ ਫੈਸਲਾ ਜਿਹੜਾ ਹੈ ਉਹ ਕੇਂਦਰ ਸਰਕਾਰ ਨਹੀਂ ਕਰ ਸਕੀ, ਕਿਉਂਕਿ ਕਿਸਾਨ ਵਾਰ-ਵਾਰ ਉਸੇ ਗੱਲ ਦੇ ਉੱਤੇ ਹੀ ਆਪਣੇ ਕਾਇਮ ਆ ਕਿ ਜਿਹੜਾ ਇਹ ਕਾਨੂੰਨ ਬਣਾਏ ਗਏ ਨੇ, ਤਿੰਨੇ ਖੇਤੀ ਕਾਨੂੰਨ ਉਹ ਰੱਦ ਕੀਤੇ ਜਾਣ। ਉਸ ਤੋਂ ਇਲਾਵਾ ਜਿਹੜੀਆਂ 10 ਮੰਗਾਂ ਸੀ ਉਹਨਾਂ ਮੰਗਾਂ ਉੱਤੇ ਵਾਰੀ-ਵਾਰੀ ਗੱਲ ਕੀਤੀ ਗਈ ਆ। ਕਿਸਾਨ ਵਾਰੀ-ਵਾਰੀ ਵਿਰੋਧ ਕਰ ਰਹੇ ਹੈਗੇ ਆ, ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਕੇਂਦਰ ਸਰਕਾਰ ਆਪਣੀ ਉਸੇ ਗੱਲ ਉੱਤੇ ਕਾਇਮ ਆ ਕਿ ਸਿਰਫ ਜਿਹੜੀ ਸੋਧ ਆ ਉਹ ਕੀਤੀ ਜਾਊਗੀ। ਪਰ ਇਸ ਦੇ ਬਾਵਜੂਦ ਹੁਣ ਜਿਹੜੀ ਨਵੀਂ ਰਣਨੀਤੀ ਬਣਾਈ ਆ ਉਹਦੇ ਵਿੱਚ 26 ਜਨਵਰੀ ਤੋਂ ਪਹਿਲਾਂ ਤਾਂ ਇਹ ਵੀ ਗੱਲ ਕੀਤੀ ਗਈ ਹੈ ਕਿ ਅਸੀਂ ਵਿਰੋਧ ਕਰਨ ਦਾ ਇੱਕ ਹੋਰ ਤਰੀਕਾ ਅਪਣਾਵਾਂਗੇ। ਉਹ ਇਹ ਆ ਕਿ ਜਿੰਨੇ ਵੀ ਸੂਬੇ ਆ ਉਹਦੇ ਵੱਖ-ਵੱਖ ਰਾਜਪਾਲ ਜਿਹੜੇ ਆ ਉਹਨਾਂ ਦੇ ਘਰਾਂ ਦੇ ਮੂਹਰੇ ਜਾ ਕੇ ਉਹ ਧਰਨੇ ਦੇਣਗੇ। ਉੱਥੇ ਵਿਰੋਧ ਜਿਹੜਾ ਆ ਉਹ ਕੀਤਾ ਜਾਊਗਾ। ਜੇ ਇਸ ਦੇ ਬਾਵਜੂਦ ਵੀ ਕੋਈ ਗੱਲ ਨਹੀਂ ਕੀਤੀ ਜਾਂਦੀ, ਨਹੀਂ ਮੰਨੀ ਜਾਂਦੀ, ਸਰਕਾਰ ਕੋਈ ਫੈਸਲਾ ਨਹੀਂ ਕਰਦੀ, ਤਾਂ ਫਿਰ ਜਿਹੜਾ ਅਗਲਾ ਸਟੈਪ ਹੈਗਾ ਉਹ 26 ਜਨਵਰੀ ਵਾਲਾ ਹੈ। 23 ਜਨਵਰੀ ਨੂੰ ਉਲੀਕ ਲਿਆ ਕਿ ਵੀ ਜਿੰਨੇ ਗਵਰਨਰ ਨੇ ਸੂਬੇ, ਵੱਖ-ਵੱਖ ਗਵਰਨਰ ਨੇ ਨਾ, ਰਾਜਪਾਲ ਆਪਾਂ ਕਹਿ ਦਿੰਦੇ ਆ, ਗਵਰਨਰ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਤਾਂ ਇਸੇ ਨਾਲ ਹੀ 15 ਦਿਨ ਉਹਨਾਂ ਨੇ ਕਹਿਤਾ ਕਿ ਵੀ ਅਸੀਂ ਭਾਜਪਾ ਜਿੰਨੇ ਵੀ ਜਿੰਨਾ ਜਗ੍ਹਾ ਤੇ ਸਰਕਾਰ ਹੈ ਉੱਥੇ ਜਾ ਕੇ ਇਸ ਅੰਦੋਲਨ ਨੂੰ ਹੋਰ ਉੱਚਾ ਚੱਕਾਂਗੇ। ਕਿਉਂਕਿ ਭਾਜਪਾ ਹਮੇਸ਼ਾ ਤੋਂ ਇਹੀ ਕਹਿੰਦਾ ਆ ਰਿਹਾ ਕਿ ਵੀ ਇਹ ਕਿਸਾਨੀ ਅੰਦੋਲਨ ਘੱਟ ਹੈ, ਵਿਰੋਧੀਆਂ ਦਾ ਅੰਦੋਲਨ ਜ਼ਿਆਦਾ ਹੈ। ਕਿਉਂਕਿ ਭਾਜਪਾ ਦਾ ਹਮੇਸ਼ਾ ਨਿਸ਼ਾਨਾ ਰਿਹਾ ਵਿਰੋਧੀ ਦਾ ਰਿਹਾ ਵਾ, ਕਿਸਾਨਾਂ ਵੱਲ ਤਾਂ ਬਹੁਤ ਘੱਟ ਆਏ ਨੇ। ਅੱਜ ਵੀ ਜੇ ਕਿਹਾ ਜਾਂਦਾ ਤਾਂ ਕਹਿ ਦਿੰਦੇ ਨੇ ਕਿ ਵੀ ਸੰਘਰਸ਼ ਵਿੱਚ ਕਿਸਾਨ ਘੱਟ ਨੇ, ਵੱਖਵਾਦੀ ਜ਼ਿਆਦਾ ਨੇ, ਜਾਂ ਵਿਰੋਧੀ ਧਿਰਾਂ ਜ਼ਿਆਦਾ ਬੈਠੀਆਂ ਨੇ, ਕਿਸਾਨ ਨਹੀਂ ਹੈ। ਕੌਮੀ ਮੀਡੀਆ ਵੀ ਇਸ ਚੀਜ਼ ਤੋਂ ਬਹੁਤ ਦੂਰ ਰਿਹਾ ਕਿ ਕਿਸਾਨਾਂ ਦੀ ਆਵਾਜ਼ ਉਹਨਾਂ ਨੂੰ ਉੱਤੇ ਤੱਕ ਪਹੁੰਚਾਈ ਹੋਵੇ। ਕੁਝ 1-2 ਚੈਨਲ ਨੇ ਜੋ ਗੱਲ ਕਰਦੇ ਨੇ, ਨਹੀਂ ਤਾਂ ਜ਼ਿਆਦਾਤਰ ਨੈਸ਼ਨਲ ਮੀਡੀਆ ਅੱਗੇ ਨਹੀਂ ਆਉਂਦਾ। ਤੇ ਦਿੱਲੀ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਪਹੁੰਚ ਕੇ ਜਦੋਂ ਕਿਸਾਨਾਂ ਨੇ ਇਹ ਮੀਟਿੰਗ ਕਰ ਲਈ ਹੈ, ਉਹਨਾਂ ਨੇ ਕਹਿ ਦਿੱਤਾ ਕਿ 26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ ਕਰਾਂਗੇ। ਕਿਸਾਨ ਅੰਦੋਲਨ ਦਾ ਨਾਮ ਜਿਹੜਾ ਹੋਰ ਤੇਜ਼ ਲੈ ਕੇ ਜਾ ਰਹੇ ਹਾਂ। ਤਾਂ ਇਸ ਤਰੀਕ ਜਿਹੜਾ ਮੋਦੀ ਸਰਕਾਰ ਹੈ, ਇਹਨਾਂ ਨੂੰ ਕਿੰਨਾ ਕੁ ਡਰ ਹੋ ਸਕਦਾ ਹੈ ਕਿ ਵੀ ਇਸ ਜੋ ਰੈਲੀ ਹੋਣੀ ਆ ਉਹਦੇ ਨਾਲ ਕਿੰਨਾ ਕੁ ਉਹਨਾਂ ਨੂੰ ਫਰਕ ਪੈ ਸਕਦਾ ਹੈ, ਕਿੰਨਾ ਕੁ ਵੱਡਾ ਉਹਨਾਂ ਨੂੰ ਸਵਾਲ ਜਾਂ ਘੇਰਾ ਪੈ ਸਕਦਾ ਹੈ। ਕਹਿ ਲਈਏ ਕਿ ਵੀ ਉਹਨਾਂ ਨੂੰ ਆਪਾਂ ਇੱਕ ਘੇਰਾ ਚਾਰੇ ਪਾਸੇ ਕਿਸਾਨ ਪਾ ਰਹੇ ਨੇ, ਤਾਂ 26 ਜਨਵਰੀ ਨੂੰ ਘੇਰਾ ਕਿੰਨਾ ਹੋਰ ਟਾਈਟ ਹੋ ਸਕਦਾ ਵਾ, ਕਿੰਨਾ ਕੱਸ ਸਕਦੇ ਨੇ ਇਹ? ਰਵਿੰਦਰ ਜੀ, ਪੰਜਾਬ ਦੇ ਖੂਨ ਦੇ ਵਿੱਚ ਇੱਕ ਗੱਲ ਵਿਰਸੇ ਵਿੱਚੋਂ ਮਿਲੀ ਹੋਈ ਹੈ ਕਿ ਪੰਜਾਬ ਹੀ ਉਹ ਖਿੱਤਾ ਸੀ ਜਿੱਥੇ ਛਾਪਾਮਾਰ ਯੁੱਧ ਨੀਤੀ ਜਿਹੜੀ ਅਪਣਾਈ ਜਾ ਰਹੀ ਹੈ। ਸ਼ਾਇਦ ਸਾਡੇ ਖੂਨ ਦੇ ਵਿੱਚ ਉਹ ਗੱਲ ਬੋਲਦੀ ਹੈ, ਸੰਘਰਸ਼ ਸਾਡੇ ਖੂਨ ਦੇ ਵਿੱਚ ਆ ਕਿ ਹੁਣ ਵੀ ਉਹੀ ਰਣਨੀਤੀ ਕਿਸਾਨਾਂ ਵੱਲੋਂ ਅਪਣਾਈ ਜਾ ਰਹੀ ਹੈਗੀ ਆ ਕਿ ਜਦੋਂ ਕੋਈ ਵੀ ਵਸੀਲਾ ਨਾ ਰਹਿ ਜੇ, ਅਖੀਰ ਦੇ ਉੱਤੇ ਫਿਰ ਹਥਿਆਰ ਕਹਿੰਦੇ ਚੱਕਣਾ ਪੈਂਦਾ। ਤੇ ਇਸ ਟਾਈਮ ਇਹ ਆ ਕਿ ਸ਼ਾਂਤਮਈ ਅੰਦੋਲਨ ਬੇਸ਼ੱਕ ਇਹ ਚੱਲ ਰਿਹਾ ਹੈਗਾ, ਕੋਈ ਹਥਿਆਰ ਨਹੀਂ ਚੱਕਿਆ, ਪਰ ਜਿਹੜਾ ਇਸ ਟਾਈਮ ਵਿਰੋਧ ਦਾ ਹਥਿਆਰ ਹੈ ਉਹ ਸਾਡੇ ਕੋਲ ਸਭ ਤੋਂ ਵੱਡਾ ਹੈ। ਔਰ ਉਹ ਇਸ ਤਰੀਕੇ ਨਾਲ ਘੇਰਾ ਪਾਇਆ ਜਾ ਰਿਹਾ ਕਿ ਜੇ 26 ਜਨਵਰੀ ਨੂੰ ਕਿਸਾਨ ਟਰੈਕਟਰਾਂ ਦੇ ਉੱਤੇ ਕਿਸਾਨ ਪਰੇਡ ਕਰਦੇ ਆ ਦਿੱਲੀ ਦੀਆਂ ਸੜਕਾਂ ਦੇ ਉੱਤੇ, ਤੇ ਇਹਦਾ ਫਰਕ ਇਹ ਪਊਗਾ ਕਿ ਭਾਜਪਾ ਸਰਕਾਰ ਜਿਸ ਦਿਨ ਕਿ ਬਾਹਰੋਂ ਵੀ ਬਹੁਤ ਸਾਰੇ ਮਹਿਮਾਨ 26 ਜਨਵਰੀ ਜਿਹੜਾ ਹੈਗਾ ਇਹ ਗਣਤੰਤਰ ਦਿਵਸ ਮਨਾਉਣ ਵਾਸਤੇ ਉੱਥੇ ਪਹੁੰਚੇ ਹੋਣੇ ਆ, ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਸਾਨੀ ਅੰਦੋਲਨ ਦੀ ਗੱਲ ਪੂਰੀ ਦੁਨੀਆ 'ਤੇ ਫੈਲ ਚੁੱਕੀ ਆ। ਇਹ 'ਚ ਕੋਈ ਵੀ ਹੁਣ ਲੋਕਲਕਾ ਵਾਲੀ ਗੱਲ ਨਹੀਂ ਰਹੇਗੀ। ਕਹਿ ਸਕਦੇ ਹੈਗੇ ਆ ਕਿ ਭਾਜਪਾ ਨੂੰ ਅੰਦਰ ਖਾਤੇ ਇਸ ਗੱਲ ਦਾ ਡਰ ਵੀ ਆ, ਤੌਖਲਾ ਵੀ ਆ ਕਿ ਹੁਣ ਕਿਸਾਨ ਅੰਦੋਲਨ ਦੇ ਵਿੱਚ ਨਾ ਚਾਹੁੰਦਿਆਂ ਹੋਏ ਵੀ ਜਿਹੜੀਆਂ ਮੰਗਾਂ ਆ ਇੱਕ ਦਿਨ ਤਾਂ ਉਹਨੂੰ ਪ੍ਰਵਾਨ ਕਰਨੀਆਂ ਹੀ ਪੈਣਗੀਆਂ। ਬੇਸ਼ੱਕ
ਭਾਜਪਾ ਹਾਲੇ ਤੱਕ ਆਪਣੀ ਜਿਹੜੀ ਆ ਦੋਗਲੀ ਨੀਤੀ ਉੱਤੇ ਹੀ ਚੱਲਦੀ ਪਈ ਹੈਗੀ ਆ। ਪਰ ਫਿਰ ਵੀ ਜਿਹੜਾ ਇਹ ਸੰਘਰਸ਼ ਹੈ, ਇਸ ਸੰਘਰਸ਼ ਦੇ ਵਿੱਚ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਵੱਡੇ ਪੱਧਰ ਦੇ ਉੱਤੇ ਉਹਨਾਂ ਦਾ ਇਹ ਡਰ ਕਾਇਮ ਹੀ ਰਹੇਗਾ। ਇੱਕ ਬਹੁਤ ਵੱਡੀ ਗੱਲ ਆ, ਕਿਸਾਨਾਂ ਨੇ ਹੁਣ ਪਹਿਲਾਂ ਕਹਿ ਦਿੰਦੇ ਸੀ ਵੀ ਕਿਸਾਨ ਪੜ੍ਹੇ ਲਿਖੇ ਨਹੀਂ ਆ, ਅਨਪੜ੍ਹ ਹੁੰਦੇ ਨੇ, ਉਹਨਾਂ ਨੂੰ ਸੋਚ ਸਮਝ ਨਹੀਂ ਹੁੰਦੀ। ਪਰ ਜਿਹੜੀ ਅੱਜ ਉਹਨਾਂ ਨੇ ਰਣਨੀਤੀ ਘੜੀ ਆ ਤਾਂ ਉਹਦੇ ਜੋ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਕਿਸਾਨ ਨੇ ਜੋ ਇਹ ਸੰਘਰਸ਼ ਨੂੰ ਇੰਨੀ ਦੂਰ ਤੱਕ ਲੈ ਕੇ ਆਏ ਨੇ, ਜੋ ਆਗੂ ਨੇ, ਉਹ ਬਹੁਤ ਨੀਤੀ ਘਾੜੇ ਨੇ। ਕਿਉਂਕਿ ਉਹਨਾਂ ਨੇ 23 ਜਨਵਰੀ ਦਾ ਦਿਨ ਲਿਆ, ਉਸ ਦਿਨ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਹੁੰਦਾ ਹੈ। ਤਾਂ ਉਸ ਦਿਨ ਉਹਨਾਂ ਨੇ ਕਹਿਤਾ ਕਿ ਵੀ ਅਸੀਂ ਭਾਜਪਾ ਦੇ ਸਮੇਤ ਜਿੰਨੇ ਵੀ ਵੱਖ-ਵੱਖ ਸੂਬਿਆਂ ਦੇ ਗਵਰਨਰ ਨੇ, ਰਾਜਪਾਲ ਘੇਰਨੇ ਨੇ, ਤਾਂ ਅਸੀਂ ਇਹਨਾਂ ਨੂੰ ਕਿਸੇ ਪਾਸਿਓਂ ਨਹੀਂ ਕਹਿ ਸਕਦੇ। ਦੂਜੀ ਗੱਲ ਇਹ ਹੈ ਕਿ ਵੀ 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਦੇ ਰੂਪ ਚ ਮਨਾਇਆ ਜਾ ਰਿਹਾ, ਬਹੁਤ ਵੱਡੀ ਗੱਲ ਹੈ। ਹੁਣ ਤੱਕ ਜੋ ਗੱਲਾਂ ਆਉਂਦੀਆਂ ਸੀ ਤਾਂ ਉਹ ਮਰਦ ਪ੍ਰਧਾਨ ਹੁੰਦੀਆਂ ਸੀ ਗੱਲਾਂ, ਤਾਂ ਪਰ ਹੁਣ ਜੋ ਨੀਤੀ ਘੜ ਦਿੱਤੀ ਗਈ ਹੈ ਕਿ ਵੀ 18 ਤਰੀਕ ਨੂੰ ਮਹਿਲਾ ਕਿਸਾਨ ਦਿਵਸ, ਪਹਿਲੀ ਵਾਰ ਹੋ ਸਕਦਾ ਹੈ ਕਿ ਮਹਿਲਾ ਕਿਸਾਨ ਦਿਵਸ ਆ, ਕਿਉਂਕਿ ਦੇਖਿਆ ਜਾਵੇ ਤਾਂ ਸਿੰਘੂ ਬਾਰਡਰ ਹੋ ਗਿਆ ਜਾਂ ਆਪਣਾ ਟਿਕਰੀ ਬਾਰਡਰ ਹੈ ਜਾਂ ਜੈਪੁਰ ਵਾਲਾ ਬਾਰਡਰ ਹੈ ਜਾਂ ਪੰਜਾਬ ਵਿੱਚ ਸੀਗਾ, ਤਾਂ ਮਹਿਲਾ ਸਾਡੇ ਨਾਲ ਮੋਢਾ ਜੋੜ ਕੇ ਬੈਠੀਆਂ ਨੇ। ਹੁਣ ਵੀ ਕਿਸਾਨਾਂ ਦੇ ਨਾਲ ਮਹਿਲਾ ਮੋਢਾ ਜੋੜ ਕੇ ਬੈਠੀਆਂ ਹੋਈਆਂ ਨੇ। ਤਾਂ ਕਿਤੇ ਨਾ ਕਿਤੇ ਜੇ ਕਿਸਾਨਾਂ ਨੇ ਇਹ ਚੀਜ਼ ਅਨਾਉਂਸ ਕੀਤੀ ਹੈ ਕਿ ਪਹਿਲਾ ਮਹਿਲਾ ਕਿਸਾਨ ਦਿਵਸ ਮਨਾਇਆ ਜਾਊਗਾ ਤੇ ਦੂਜਾ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਵਾਲੇ ਦਿਨ ਰਾਜਪਾਲ ਘੇਰੇ ਜਾਣਗੇ, ਤਾਂ ਸਾਫ਼ ਜ਼ਾਹਿਰ ਹੋ ਜਾਂਦਾ ਕਿ ਵੀ ਕਿਸਾਨ ਪੜ੍ਹੇ ਲਿਖੇ ਨੇ, ਕਿਸਾਨ ਸਮਝਦਾਰ ਨੇ, ਕਿਸਾਨ ਨੀਤੀ ਘੜ ਸਕਦੇ ਨੇ। ਕਿਸਾਨਾਂ ਨੂੰ ਹੁਣ ਕਿਸੇ ਦੇ ਪਿੱਛੇ ਲੱਗਣ ਦੀ ਜ਼ਰੂਰਤ ਨਹੀਂ, ਕਿਉਂਕਿ ਭਾਜਪਾ ਦਾ ਵੱਡਾ ਹਮਲਾ ਇਹੀ ਰਿਹਾ ਕਿ ਕਿਸਾਨ ਪਿੱਛੇ ਲੱਗੇ ਹੋਏ ਨੇ। ਠੀਕ ਹੈ ਨਾ, ਇਹ ਤੋਂ ਹੁਣ ਸਾਫ਼ ਹੋ ਜਾਂਦਾ ਹੈ ਕਿ ਵੀ ਕਿਸਾਨ ਹੁਣ ਕਿਸੇ ਦੇ ਪਿੱਛੇ ਨਹੀਂ ਲੱਗ ਰਹੇ, ਕੋਈ ਸ਼ੱਕ ਨਹੀਂ। ਔਰ ਇੱਕ ਇਹ ਗੱਲ ਵੀ ਕਹੀ ਜਾ ਸਕਦੀ ਹੈਗੀ ਆ ਕਿ ਔਰਤਾਂ ਦੀ ਭੂਮਿਕਾ ਜਿਹੜੀ ਹੈਗੀ ਹੈ ਇਸ ਸਮਾਜ ਦੇ ਵਿੱਚ, ਖਾਸ ਤੌਰ ਦੇ ਉੱਤੇ ਜਦੋਂ ਭਾਰਤ ਦੀ ਖੇਤੀ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਤੇ ਸਦੀਆਂ ਤੋਂ ਜਿੰਨਾ ਚਿਰ ਔਰਤ ਖੇਤੀ ਨਾਲ ਜੁੜੀ ਰਹੀ ਆ, ਖੇਤੀ ਨੇ ਬਹੁਤ ਤਰੱਕੀ ਕੀਤੀ ਆ। ਔਰਤ ਨੂੰ ਜਦੋਂ ਖੇਤੀ ਦੇ ਵਿੱਚੋਂ ਨਦਾਰਦ ਕੀਤਾ ਗਿਆ ਤੇ ਖੇਤੀ ਉਨੀ ਵਿਕਸਿਤ ਨਹੀਂ ਹੋਏਗੀ। ਅੱਜ ਵੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਖੇਤੀ ਨਾਲ ਔਰਤਾਂ ਜੁੜੀਆਂ ਹੋਈਆਂ, ਅਸੀਂ ਪੰਜਾਬ 'ਚ ਵੀ ਦੇਖਦੇ ਹਾਂ, ਜਿੰਨਾ ਚਿਰ ਤੱਕ ਸਾਡੀਆਂ ਮਾਵਾਂ, ਦਾਦੀਆਂ ਔਰ ਉਹ ਪੀੜ੍ਹੀ ਜੁੜੀ ਰਹੀ ਆ, ਖੇਤਾਂ 'ਚ ਜਾਂਦੀਆਂ ਰਹੀਆਂ, ਨਰਮੇ, ਕਪਾਹ ਚੁਗਣੀ ਹੈਗੀ ਆ, ਹੋਰ ਖੇਤੀ ਦੇ ਕੰਮ ਧੰਦਿਆਂ ਦੇ ਵਿੱਚ ਔਰਤ ਦੀ ਸ਼ਮੂਲੀਅਤ ਰਹੀ ਆ ਤੇ ਖੇਤੀ ਜਿਹੜੀ ਆ ਉਹ ਬਹੁਤ ਬੁਲੰਦੀਆਂ 'ਤੇ ਰਹੀ ਆ। ਅੱਜ ਇਹ ਦੌਰ ਆ ਗਿਆ ਹੈਗਾ ਕਿ ਜਿਹੜੀ ਤੁਸੀਂ ਰਵਿੰਦਰ ਜੀ ਅਨਪੜ੍ਹਤਾ ਵਾਲੀ ਗੱਲ ਕੀਤੀ, ਜਿਹੜਾ ਇੱਕ ਸਾਡੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਸੀਗਾ ਕਿ ਪੰਜਾਬ ਦੇ ਜਿਹੜੇ ਜੱਟ ਆ, ਕਿਸਾਨ ਹੈ, ਉਹ ਅਨਪੜ੍ਹ ਹੈ, ਜਾਹਿਲ ਹੈ। ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਪੜ੍ਹੀ ਲਿਖੀ ਆ, ਔਰ ਪੜ੍ਹੀ ਲਿਖੀ ਪੀੜ੍ਹੀ ਦੀ ਅਗਰ ਮੈਂ ਗੱਲ ਕਹਾਂ ਤੇ ਹੁਣ ਉਹ ਸੁਚੇਤ ਹੋ ਚੁੱਕੀ ਆ, ਜਾਗਰੂਕ ਹੋ ਚੁੱਕੀ ਆ। ਉਹਨਾਂ ਨੂੰ ਆਪਣੇ ਚੰਗੇ ਮਾੜੇ ਦਾ ਪਤਾ। ਇੱਥੋਂ ਤੱਕ ਕਿ ਇਸ ਅੰਦੋਲਨ ਦੇ ਨਾਲ ਇਹ ਵੀ ਹੋਇਆ ਕਿ ਜਿਹੜੀ ਇਹ ਨੌਜਵਾਨ ਪੀੜ੍ਹੀ ਆ, ਜਿਹੜੀ ਵਿਦੇਸ਼ਾਂ ਵੱਲ ਮੂੰਹ ਚੱਕ ਕੇ ਜਾ ਰਹੀ ਸੀਗੀ, ਜਿਹੜੀ ਬਾਹਰ ਭੱਜ ਰਹੀ ਸੀ, ਜਿਹੜਾ ਪੰਜਾਬ ਦੇ ਉੱਤੇ ਉੜਦਾ ਪੰਜਾਬ ਵਾਲਾ ਜਿਹੜਾ ਇੱਕ ਬਲੇਮ ਲੱਗਿਆ ਹੋਇਆ ਸੀਗਾ, ਉਹਨੇ ਹੁਣ ਉਸ ਜਗ੍ਹਾ ਲਿਆ ਕੇ ਨੌਜਵਾਨ ਪੀੜ੍ਹੀ ਨੂੰ ਖੜਾ ਕਰ ਦਿੱਤਾ ਆ, ਜਿੱਥੇ ਉਹ ਜਾਗਰੂਕ ਹੋ ਕੇ ਆਪਣੇ ਹੱਕਾਂ ਲਈ ਆਪਣੇ ਬਜ਼ੁਰਗਾਂ ਦੀ ਅਗਵਾਈ ਦੇ ਵਿੱਚ ਉੱਥੇ ਖੜੋਤੀ ਆ, ਲੜ ਰਹੀ ਆ, ਸੰਘਰਸ਼ ਵਿੱਚ ਅੱਗੇ ਆ ਰਹੀ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮਹਿਲਾ ਕਿਸਾਨ ਦੇ ਬਾਰੇ ਜਿਹੜੀ ਗੱਲ ਹੋਈ ਆ ਕਿ ਉਸ ਦਿਨ ਉਹ ਦਿਨ ਮਨਾਇਆ ਜਾਊਗਾ, ਉਹ ਇੱਕ ਬਹੁਤ ਵੱਡੀ ਪ੍ਰਾਪਤੀ ਕਹਿ ਸਕਦੇ ਹੈਗੇ ਆ। ਔਰ ਔਰਤਾਂ ਦੀ ਜਿਹੜੀ ਉਹ ਭੂਮਿਕਾ ਆ, ਉਹਦੀ ਕਦਰ ਜਿਹੜੀ ਆ ਉਹ ਇਸ ਤਰੀਕੇ ਪੈਣੀ। ਇਸੇ ਸੰਘਰਸ਼ ਦੀ ਖੂਬਸੂਰਤੀ ਹੈ ਕਿ ਵੀ ਮਹਿਲਾਵਾਂ ਆਈਆਂ ਨਾਲ, ਧੀਆਂ ਆਈਆਂ ਨੇ, ਛੋਟੇ ਛੋਟੇ ਬੱਚੇ ਆਏ ਨੇ, ਉਹਨਾਂ ਦਾ ਨਾਰਾ ਬੁਲੰਦ ਹੋਇਆ। ਇਸੇ ਦੇ ਵਿੱਚੋਂ ਹੀ ਜਿਸ ਤੇ ਸਭ ਤੋਂ ਵੱਡਾ ਟੈਗ ਲੱਗਦਾ ਸੀਗਾ ਨਸ਼ੇੜੀਆਂ ਦਾ, ਕੰਮ ਨਹੀਂ ਕਰਦੇ, ਵਿਹਲੜ, ਨੌਜਵਾਨਾਂ ਤੇ ਜਿਹੜਾ ਟੈਗ ਲੱਗਦਾ ਸੀ ਉਹਦਾ ਮੂੰਹ ਭੰਨ ਦਿੱਤਾ ਗਿਆ। ਨੌਜਵਾਨਾਂ ਨੇ IT ਸੈੱਲ ਬਣਾ ਦਿੱਤਾ ਜੀ। ਕਿਸਾਨਾਂ ਦਾ IT ਸੈੱਲ ਜਿਹੜਾ ਹੁਣ ਤੱਕ ਦੀ ਜੇ ਕਹਿ ਲਈਏ ਤਾਂ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਅੱਜ ਤੱਕ ਤਾਂ ਇਹ ਸੀਗਾ ਵੀ ਜੋ ਟਵਿੱਟਰ ਆ ਜਾਂ ਇੰਸਟਾਗ੍ਰਾਮ ਆ, ਲੋਕਾਂ ਨੂੰ ਇਹਨਾਂ ਬਾਰੇ ਨਹੀਂ ਸੀ ਜ਼ਿਆਦਾ ਪਤਾ ਹੁੰਦਾ, ਖਾਸ ਤੌਰ ਤੇ ਟਵਿੱਟਰ ਤੇ। ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਤਾਂ ਲੋਕ ਹੁੰਦੇ ਸੀਗੇ, ਪਰ ਟਵਿੱਟਰ ਨੂੰ ਮੰਨਿਆ ਜਾਂਦਾ ਸੀਗਾ ਕਿ ਟਵਿੱਟਰ ਹੈ ਜਿਹੜਾ ਉਹ ਕੱਲਾ ਵੱਡੇ ਲੋਕਾਂ ਲਈ ਆ ਜਾਂ ਕਿਸੇ ਨਾਮੀ ਬੰਦਿਆਂ ਲਈ ਆ, ਅੰਗਰੇਜ਼ੀ ਪੜ੍ਹੇ ਲਿਖੇ ਲੋਕਾਂ ਲਈ ਤਾਂ ਕਿਸੇ ਮਤਲਬ ਕੋਈ ਭਾਸ਼ਾ ਦਾ ਬੜਾ ਫਰਕ ਹੁੰਦਾ ਸੀਗਾ। ਤੇ ਪਰ ਹੁਣ ਜੋ ਡਿਜੀਟਲ ਹੋ ਗਿਆ, ਕਿਸਾਨ ਡਿਜੀਟਲ ਹੋ ਗਿਆ, ਮਿੱਟੀ ਨਾਲ ਤਾਂ ਜੁੜਿਆ ਹੀ ਜੁੜਿਆ। ਉਹ ਹੁਣ ਉਹਨੇ ਅਸਮਾਨ ਨੂੰ ਵੀ ਹੱਥ ਪਾਲਿਆ ਹੋਇਆ ਕਿ ਵੀ ਅਸੀਂ ਡਿਜੀਟਲ ਹੋ ਗਏ ਆ, ਤੁਸੀਂ ਸਾਨੂੰ ਭੰਡੋਗੇ, ਅਸੀਂ ਦੁੱਗਣੀ ਤਾਕਤ ਨਾਲ ਤੁਹਾਡੇ ਵੱਲ ਆ ਰਹੇ ਹਾਂ। ਹੁਣ ਇਸੇ ਚੀਜ਼ ਨੂੰ ਲੈ ਕੇ ਭਾਜਪਾ ਸਰਕਾਰ ਹੈ ਜਿਹੜੀ ਆਪਣਾ ਸਖਤ ਰਵੱਈਆ ਅਪਣਾਇਆ ਹੋਇਆ। ਦਿੱਲੀ ਨੂੰ ਛੱਡ ਕੇ ਸਿੰਘੂ ਬਾਰਡਰ ਤੇ ਨਹੀਂ ਆਉਂਦੇ, ਟਿਕਰੀ ਬਾਰਡਰ ਤੇ ਨਹੀਂ ਆਉਂਦੇ, ਤਾਂ ਦੇਸ਼ ਦੀ ਅਗਵਾਈ ਕਰ ਰਹੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਉਹ ਕਦੇ ਮੱਧ ਪ੍ਰਦੇਸ਼ ਚਲੇ ਜਾਂਦੇ ਨੇ, ਕਦੇ ਕਹਿ ਲਈਏ ਆਪਾਂ ਗੁਜਰਾਤ ਚਲੇ ਜਾਂਦੇ ਨੇ, ਉੱਥੇ ਜਾ ਕੇ ਕਿਸਾਨਾਂ ਨੂੰ ਸਮਝਾਉਣ ਦੀ ਗੱਲ ਕਰਦੇ ਨੇ। ਬਟ ਜਿੱਥੇ ਕਿਸਾਨ ਬੈਠੇ ਨੇ ਉਹਨਾਂ ਕੋਲ ਨਹੀਂ ਆਉਂਦੇ। ਤਾਂ ਕੀ ਇਹ ਡਰ ਬਹੁਤ ਵੱਡਾ ਕੁਐਸਚਨ ਮਾਰਕ ਹੈ ਕਿ ਪ੍ਰਧਾਨ ਮੰਤਰੀ ਨੂੰ ਇਹ ਡਰ ਹੈ
ਕਿ ਵੀ ਉਹ ਅਸਲ ਕਿਸਾਨਾਂ ਦੇ ਕੋਲ ਆਉਣਗੇ ਤਾਂ ਉਹਨਾਂ ਦਾ ਕੋਈ ਰਾਜ਼ ਖੁੱਲ ਜਾਏਗਾ। ਬਿਲਕੁਲ ਜੀ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸੱਚ ਜਿਹੜਾ ਹੁੰਦਾ ਉਹ ਸੁਣਨਾ ਬੜਾ ਔਖਾ ਹੁੰਦਾ ਹੈਗਾ, ਔਰ ਇਹ ਗੱਲ ਸਾਫ਼ ਜ਼ਾਹਿਰ ਹੈ। ਮੈਂ ਇੱਥੇ ਰਵਿੰਦਰ ਜੀ ਇੱਕ ਧਿਆਨ ਦਿਵਾਉਣਾ ਚਾਹੂੰਗਾ, ਇਹਨਾਂ ਦਿਨਾਂ 'ਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਹੁਲ ਗਾਂਧੀ ਦੀ, ਜਿਹਦੇ ਵਿੱਚ ਕੁਝ ਪੁਰਾਣੀ ਵੀਡੀਓ, ਜਿਹਦੇ ਵਿੱਚ ਉਹ ਖਾਸ ਤੌਰ 'ਤੇ ਉਦੋਂ ਵੀ ਜ਼ਿਕਰ ਉਹਨੇ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਦੋਂ ਨਰਿੰਦਰ ਮੋਦੀ ਸਰਕਾਰ ਦੇ ਵੇਲੇ ਹੀ ਉਹਨੇ ਕਿਹਾ ਸੀ ਕਿ ਜਿਹੜੇ ਤੁਸੀਂ ਕਾਨੂੰਨ ਲਿਆ ਰਹੇ ਹੈਗੇ ਹੋ ਉਹ ਕਿਸਾਨ ਤੇ ਮਜ਼ਦੂਰ ਨੂੰ ਖਤਮ ਕਰ ਦੇਣਗੇ। ਅਸੀਂ ਉਹ ਵੀਡੀਓ ਵਾਇਰਲ ਦੇ ਵਿੱਚ ਉਹ ਕਹਿ ਕੇ ਪੱਪੂ ਕਹਿ ਕੇ ਅਸੀਂ ਸੰਬੋਧਨ ਕਰਦੇ ਰਹੇ ਲੋਕ ਕਿ ਪੱਪੂ ਨੇ ਆ ਕੇ, ਪਰ ਦੇਖੋ ਉਸ ਕਾਂਗਰਸ ਦੇ ਇਹ ਪੱਖ ਨੂੰ ਚੱਕਿਆ। ਗੱਲ ਹੁਣ ਅਸੀਂ ਕਿਸੇ ਪਾਰਟੀ ਦੀ ਪਿੱਠ ਥਾਪਣ ਦੀ ਨਹੀਂ ਕਰਦੇ, ਗੱਲ ਇਹ ਕਰ ਰਹੇ ਹਾਂ ਕਿ ਸੱਚ ਉਦੋਂ ਬੋਲਿਆ ਗਿਆ, ਔਰ ਇਹ ਕੀਤਾ ਗਿਆ ਇਸ ਟਾਈਮ ਨਰਿੰਦਰ ਮੋਦੀ ਨੂੰ ਜਿਹੜਾ ਡਰ ਹੈ, ਜਿਹੜਾ ਤੌਖਲਾ ਹੈ, ਜਿਸ ਦੀ ਵਜ੍ਹਾ ਕਰਕੇ ਉਹ ਕਿਸਾਨਾਂ ਦੇ ਨਾਲ ਸਿੱਧੇ ਤੌਰ ਤੇ ਹਜੇ ਇੱਕ ਵੀ ਮੀਟਿੰਗ ਉਹਨਾਂ ਨੇ ਨਹੀਂ ਕੀਤੀ ਔਰ ਬਹੁਤ ਵੱਡੀ ਗੱਲ ਭੱਜੇ ਜਾ ਰਹੇ, ਕਿਉਂਕਿ ਭਾਜਪਾ ਵੱਲੋਂ ਨਾ ਬਿਆਨ ਵੀ ਆਏ ਸੀਗੇ, ਨਰਿੰਦਰ ਮੋਦੀ ਵੱਲੋਂ ਵੀ ਖੁਦ ਬਿਆਨ ਦਿੱਤਾ ਗਿਆ ਸੀਗਾ ਕਿ ਅਸੀਂ ਸਿਰਫ ਉਹ ਨੀਤੀਆਂ ਲਾਗੂ ਕੀਤੀਆਂ ਨੇ ਜੋ ਕਾਂਗਰਸ ਲਾਗੂ ਕਰਨਾ ਚਾਹੁੰਦੀ ਸੀ। ਬਿਲਕੁਲ ਠੀਕ ਹੈ, ਕਿਉਂਕਿ ਜੇ ਹੁਣ ਦੇਖਿਆ ਜਾਵੇ ਨੋਟਬੰਦੀ ਸੀ, ਆਧਾਰ ਕਾਰਡ ਦਾ ਕੋਈ ਆਇਆ ਸੀ ਤੇ UPI ਦਾ ਕਿਹਾ ਸੀਗਾ, ਤਾਂ ਇਹ ਉਹੀ ਚੀਜ਼ਾਂ ਸੀਗਾ ਵੀ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਵੀ ਕਾਂਗਰਸ ਕਰਨਾ ਚਾਹੁੰਦੀ ਸੀ। ਭਾਜਪਾ ਦੇ ਆਪਣੇ ਕੋਲ ਕੀ ਹੈ? ਹਾਂ, ਭਾਜਪਾ ਦਾ ਆਪਣੇ ਕੋਲ ਆਪਣਾ ਕੀ ਹੈ? ਕਿਉਂਕਿ ਜੇ ਗੱਲ ਕਰੀਏ ਨੋਟਬੰਦੀ ਕਾਂਗਰਸ ਦਾ ਨਾਮ ਲੱਗਿਆ, ਠੀਕ ਹੈ ਜੀ, ਆਧਾਰ ਕਾਰਡ ਦਾ ਕਾਂਗਰਸ ਦੇ ਨਾਮ ਲੱਗਿਆ, ਜੇ ਘਪਲੇ ਹੋਏ ਤਾਂ ਕਾਂਗਰਸ ਦਾ ਨਾਮ ਲੱਗਿਆ, ਤੇ ਹੁਣ ਜੇ ਕਹਿਤਾ ਕਿ ਵੀ ਇਹ ਕਾਨੂੰਨ ਵੀ ਕਾਂਗਰਸ ਲੈ ਕੇ ਆਈ ਸੀ ਤਾਂ ਅਸੀਂ ਸਿਰਫ ਆਪਣਾ ਅਸੀਂ ਲਾਗੂ ਕਰਤਾ, ਉਹਨਾਂ ਕੋਲ ਹਿੰਮਤ ਨਹੀਂ ਸੀ। ਤਾਂ ਫਿਰ ਜੇ ਉਹਨਾਂ ਕੋਲ ਹਿੰਮਤ ਨਹੀਂ ਸੀ, ਜੇ ਉਹ ਰੁਕ ਗਏ ਸੀਗੇ, ਤਾਂ ਫਿਰ ਭਾਜਪਾ ਕਿਉਂ ਨਹੀਂ ਰੁਕੀ? ਕਿਉਂ ਇਹ ਆਪਣਾ ਦਬਦਬਾ ਦਿਖਾਉਣਾ ਚਾਹੁੰਦੇ ਸੀਗੇ, ਪਰ ਉਹ ਕੀ ਆ ਹੁਣ ਇਹਨਾਂ ਨੂੰ ਬੈਕਫਾਇਰ ਜ਼ਰੂਰ ਕਰ ਗਿਆ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਤੱਕ ਜੇ ਅਸੀਂ ਇਹ ਵੀ ਗੱਲ ਕਰ ਲਈਏ ਕਿ ਇਸ ਅੰਦੋਲਨ ਦਰਮਿਆਨ ਉੱਥੇ ਲੰਮਾ ਸੰਘਰਸ਼ ਜਿਹੜਾ ਹੈ ਉਹ ਵਿੱਢਿਆ ਜਾ ਚੁੱਕਿਆ ਇੰਨੀ ਠੰਡ ਦੇ ਵਿੱਚ ਜੀ। ਜੇ ਰਵਿੰਦਰ ਜੀ ਹੁਣ ਇਹ ਵੀ ਗੱਲ ਕਰ ਲਈਏ, ਅੱਜ ਹੀ ਇਹ ਗੱਲ ਇੰਕਸ਼ਾਫ ਹੋਇਆ ਮੌਸਮ ਵਿਭਾਗ ਵੱਲੋਂ ਕਿ ਪਿਛਲੇ 50 ਸਾਲਾਂ ਤੋਂ ਬਾਅਦ ਜੇ ਅਸੀਂ ਦੇਖੀਏ 50 ਵਰ੍ਹਿਆਂ ਬਾਅਦ ਇੰਨੀ ਠੰਡ ਜਿਹੜੀ ਪੈ ਰਹੀ ਆ, ਠੰਡ ਮੰਨੀ ਗਈ ਆ, ਔਰ ਉੱਤਰੀ ਭਾਰਤ ਵਿੱਚ ਅਸੀਂ ਕਹਿੰਦੇ ਆ ਦਿੱਲੀ ਦਾ ਜਿਹੜਾ ਸਾਡਾ ਖਿੱਤਾ ਆ ਉੱਤਰੀ ਭਾਰਤ ਦਾ ਹੀ ਖਿੱਤਾ, ਔਰ ਇੰਨੀ ਠੰਡ ਜਿਹੜੀ ਆ 50 ਵਰ੍ਹਿਆਂ ਬਾਅਦ ਪਈ ਆ। ਧੰਨ ਹੈ ਉਹ ਕਿਸਾਨ ਆਪਣੇ ਖੇਤੀ ਅੰਦੋਲਨ ਲਈ, ਆਪਣੀ ਕਿਸਾਨੀ ਬਚਾਉਣ ਲਈ, ਆਪਣੀ ਹੋਂਦ ਬਚਾਉਣ ਲਈ ਉੱਥੇ ਇੰਨੀ ਠੰਡ ਦੇ ਵਿੱਚ ਨਿੱਕੇ ਬੱਚਿਆਂ ਤੋਂ ਲੈ ਕੇ ਉਹ ਬਜ਼ੁਰਗ ਵੀ ਬੈਠੇ ਹੈਗੇ ਆ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਆਸ ਆ ਕਿ ਇਹ ਕਾਨੂੰਨ ਜਿਹੜਾ ਹੈਗਾ ਹਰ ਹਾਲਤ ਰੱਦ ਕਰਾਇਆ ਜਾਣ। ਔਰ ਹੁਣ ਤੱਕ 50 ਤੋਂ ਉੱਪਰ ਜਿਹੜੇ ਕਿਸਾਨ ਹੈਗੇ ਉਹ ਉਹਨਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਆ ਉਹ ਚਲੀਆਂ ਗਈਆਂ। ਅਸੀਂ ਕਹਿੰਦੇ ਆ ਕਿ ਖੇਤੀ ਲਈ ਉਹ ਸ਼ਹੀਦ ਹੋਏ ਆ, ਮੰਨੇ ਗਏ ਆ। ਸ਼ਹੀਦੀ ਦਾ ਇੱਕ ਨਵਾਂ ਅਕਸ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ, ਇਤਿਹਾਸ ਸਿਰਜਿਆ ਗਿਆ। ਲੜਾਈਆਂ ਲੜੀਆਂ ਜਾਂਦੀਆਂ ਨੇ, ਸੰਘਰਸ਼ ਨੂੰ ਕਾਮਯਾਬ ਕਰਨਾ, ਲੜਾਈਆਂ ਲੜੀਆਂ ਜਾਂਦੀਆਂ ਨੇ, ਤਾਂ ਸੈਨਿਕ ਨੇ ਸ਼ਹੀਦ ਹੁੰਦੇ ਨੇ। ਤਾਂ ਹੁਣ ਵੀ ਉਹੀ ਚੀਜ਼ ਹੈ ਕਿ ਵੀ ਕਿਸਾਨ ਆਪਣੀ ਜ਼ਮੀਨ, ਆਪਣੀ ਮਿੱਟੀ, ਆਪਣੇ ਇੱਕ ਇੱਜ਼ਤ ਜੋ ਹੈ ਆਪਣਾ ਘਰ ਬਚਾਉਣ ਲਈ ਲੜ ਰਿਹਾ, ਤਾਂ ਫਿਰ ਉਸ ਦੀ ਠੰਡ ਕੀ, ਮੀਂਹ ਕੀ, ਮੌਸਮ ਕੀ, ਗਰਮੀ ਧੁੱਪ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਆਪਣੀ ਜਾਨ ਬਚਾਉਣ ਖਾਤਰ ਹੀ ਲੜ ਰਹੇ ਨੇ। ਤਾਂ ਹੁਣ 50 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਨੇ, ਜੋ ਤੱਕ ਹੁਣ ਤੱਕ ਜੋ ਕਿਸਾਨਾਂ ਵੱਲੋਂ ਪੂਰਾ ਇੱਕ ਲਿਸਟ ਜਾਰੀ ਹੋਈ ਹੈ, ਤਾਂ ਉਹਨਾਂ ਵੱਲੋਂ ਕਿਹਾ ਗਿਆ 50 ਦੇ ਕਰੀਬ ਨੇ ਜੋ ਕਿਸਾਨ ਇਸ ਅੰਦੋਲਨ 'ਚ ਸ਼ਹੀਦੀਆਂ ਪਾ ਚੁੱਕੇ ਨੇ। ਤਾਂ ਫਿਰ ਉਹ ਜਿਹੜਾ ਹਜੇ ਮੇਨ ਮੁੱਦਾ ਹੈ, ਹਜੇ ਤੱਕ ਉੱਥੇ ਸਰਕਾਰ ਪਹੁੰਚੀ ਨਹੀਂ ਹੈ। ਬਿਲਕੁਲ MSP ਬਹੁਤ ਵੱਡਾ ਸਵਾਲ ਹੈ ਕਿ ਜੇ ਸਰਕਾਰ ਕਹਿ ਰਹੀ ਹੈ ਲਿਖ ਕੇ ਦੇ ਦੇਵਾਂਗੇ, ਤਾਂ ਕਿਸਾਨਾਂ ਦੀ ਮੰਗ ਹੈ ਕਿ ਅਸੀਂ ਕਾਨੂੰਨ ਚਾਹੁੰਦੇ ਹਾਂ। ਬਿਲਕੁਲ MSP ਤੇ ਕਾਨੂੰਨ ਬਣ ਜੇ ਤਾਂ ਕਿ ਇਸ ਨਾਲ ਕੋਈ ਛੇੜਛਾੜ ਨਾ ਕਰ ਸਕੇ। ਹਜੇ ਜਿਹੜੀ ਮੁੱਖ ਮੰਗਾਂ ਨੇ ਉਹ ਉੱਥੇ ਹੀ ਨੇ, ਉਹ ਉੱਥੇ ਦੀਆਂ। ਪਰ ਜੋ ਕਿਸਾਨਾਂ ਦਾ ਕਹਿਣਾ ਕਿ ਵੀ ਜੋ ਪਿਛਲੀ ਮੀਟਿੰਗ ਹੋਈ ਹੈ ਹੁਣ 30 ਤਰੀਕ ਨੂੰ, ਉਹਨੂੰ ਫਿਰ ਵੀ ਕਿਸਾਨਾਂ ਨੇ ਕਿਸੇ ਹੱਦ ਤੱਕ ਸਾਰਥਕ ਦੱਸਿਆ। ਤੁਸੀਂ ਕਿਵੇਂ ਸੋਚਦੇ ਹੋ ਕਿ ਉਹ ਮੀਟਿੰਗ ਸਾਰਥਕ ਕਿਸ ਤਰੀਕੇ ਤੋਂ ਸੀ? ਗੱਲ ਇਹ ਸੀ ਕਿ ਰਵਿੰਦਰ ਜੀ ਜਿਹੜਾ ਸੰਘਰਸ਼ ਚੱਲਦਾ ਆ ਰਿਹਾ ਹੈਗਾ, ਵਾਰ-ਵਾਰ ਸਰਕਾਰ ਦੇ ਨਾਲ ਇੰਨੀਆਂ ਮੀਟਿੰਗਾਂ ਹੋਈਆਂ, ਵਾਰੀ-ਵਾਰੀ ਜਾਂਦੇ ਸੀ ਔਰ ਕੋਈ ਸਿੱਟਾ ਜਿਹੜਾ ਉਹ ਨਹੀਂ ਨਿਕਲਦਾ ਸੀਗਾ। ਹੁਣ ਇਸ ਮੀਟਿੰਗ ਤੋਂ ਜਿਹੜੀ ਅੰਤਮ ਮੀਟਿੰਗ ਸਰਕਾਰ ਨਾਲ ਹੋਈ ਸੀਗੀ, ਇਹਦੇ ਵਿੱਚ ਸਾਰਿਆਂ ਦੀ ਇੱਕ ਉਮੀਦ ਸੀ ਕੋਈ ਨਿਰਣਾ ਜਿਹੜਾ ਆ ਉਹ ਅੰਤ ਵਿੱਚ ਹੋਊਗਾ, ਔਰ ਨਿਰਣੇ ਦੇ ਵਿੱਚ ਇਹੀ ਹੋਇਆ ਕਿ ਜਿਹੜੀਆਂ ਉਹ 10 ਮੰਗਾਂ ਸੀ ਉਹਦੇ ਵਿੱਚੋਂ ਹੀ ਕੁਝ ਮੰਗਾਂ ਜਿਹੜੀਆਂ ਆ ਉਹਨੂੰ ਤਾਂ ਸਾਰਥਕ ਕਿਹਾ ਜਾ ਸਕਦਾ ਹੈਗਾ ਕਿ ਉਹ ਸਰਕਾਰ ਨੇ ਇੱਕ ਹਾਂ ਪੱਖੀ ਵਤੀਰਾ ਜਿਹੜਾ ਆ ਉਹ ਵਿਖਾਇਆ। ਉਸ ਹਾਂ ਪੱਖੀ ਵਤੀਰੇ ਨੂੰ ਲੈ ਕੇ ਅਗਾਂਹ ਵੀ ਇਹੀ ਆਸ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਇਹ ਵਿਰੋਧ ਚੱਲ ਰਿਹਾ, ਜਿਸ ਤਰੀਕੇ ਨਾਲ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ, ਉਸ ਤਰੀਕੇ ਨਾਲ ਇਹ ਮੰਨੀਆਂ ਜਾਣਗੀਆਂ ਔਰ ਸਾਰਥਕ ਜਿਹੜਾ ਆ ਉਹ ਇਹ ਸਿੱਟਾ ਨਿਕਲੂਗਾ ਵੀ ਕਿਸਾਨਾਂ ਦੇ ਹੱਕ ਵਿੱਚ ਹੋਊਗਾ। ਔਰ ਇੱਕ ਇਤਿਹਾਸ ਗਵਾਹ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਵੀ ਇਤਿਹਾਸਕ ਪਿਛੋਕੜ ਨੂੰ ਅਸੀਂ ਦੇਖਦੇ ਹਾਂ, 1907 ਦੇ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ, ਜਦੋਂ ਬ੍ਰਿਟਿਸ਼ ਹਕੂਮਤ ਸੀ, ਵੱਡਾ ਜਿਹੜਾ ਅੰਦੋਲਨ ਉਹ ਚੱਲਿਆ ਸੀ, ਅਸੀਂ ਉਹਦੇ ਵਿੱਚ ਕਾਮਯਾਬ ਹੋਏ ਹਾਂ। 19 ਵਾਰੀ ਦਿੱਲੀ ਦੇ ਉੱਤੇ
ਸਾਡੇ ਹੱਲੇ ਹੋਏ ਆ ਇਧਰੋਂ ਪੰਜਾਬ ਨੂੰ, ਅਸੀਂ ਸਿਰਫ ਜਬਰ ਜ਼ੁਲਮ ਦੇ ਖਿਲਾਫ ਹਮੇਸ਼ਾ ਪੰਜਾਬ ਨੇ ਆਵਾਜ਼ ਬੁਲੰਦ ਕੀਤੀ ਹੈ। ਜੇ ਅਸੀਂ ਉਹ ਜਿੱਤੇ ਆ ਤੇ ਉਹ ਇਤਿਹਾਸਕ ਪੱਖ ਸਾਡੇ ਮੂਹਰੇ ਖੜਾ, ਅਸੀਂ ਇਹ ਵੀ ਜਿੱਤਾਂਗੇ। ਬਿਲਕੁਲ ਕਮਲ ਜੀ, ਦੇਖੋ ਹੁਣ ਤੱਕ ਸਰਕਾਰਾਂ ਨੇ ਜੋ ਪੰਜਾਬ ਹਰਿਆਣਾ ਨੂੰ ਲੜਾਉਂਦੀ ਆਈ ਹੈ, SYL ਦਾ ਮੁੱਦਾ ਜਾਣ ਕੇ ਭੜਕਾ ਦਿੱਤਾ ਜਾਂਦਾ ਸੀਗਾ, ਪਰ ਇਹ ਜੋ ਅੰਦੋਲਨ ਹੈ ਇਹਨੇ ਜ਼ਾਹਿਰ ਕਰਤਾ ਕਿ ਹਰਿਆਣਾ ਪੰਜਾਬ ਇੱਕ ਹੀ ਨੇ। ਸਿਰਫ ਇੱਕ ਮੈਪ ਦੇ ਉੱਤੇ ਲਕੀਰ ਖਿੱਚੀ ਗਈ ਹੈ, ਸਿਆਸਤਦਾਨਾਂ ਨੇ ਲਕੀਰ ਖਿੱਚਤੀ ਹੈ, ਪਰ ਜੋ ਹਰਿਆਣਾ ਤੇ ਪੰਜਾਬ ਸੀ ਉਹ ਹੈ ਤੇ ਉਹ ਰਹੇਗਾ। ਸੰਘਰਸ਼ ਨੇ ਇਹ ਪੂਰੀ ਤਰ੍ਹਾਂ ਜ਼ਾਹਿਰ ਕਰ ਦਿੱਤਾ ਹੈ ਇਸ ਚੀਜ਼ ਨੂੰ ਲੈ ਕੇ। ਤਾਂ ਇਸੇ ਨੂੰ ਲੈ ਕੇ ਵੀ ਕੁਝ ਭਾਜਪਾ ਦੇ ਵਿੱਚ ਤਾਂ ਵੀ ਹਲਚਲ ਹੈ, ਕਿਉਂਕਿ ਹਰਿਆਣਾ 'ਚ ਜ਼ਿਆਦਾਤਰ ਦੇਖਿਆ ਜਾਵੇ ਤਾਂ ਭਾਜਪਾ ਦਾ ਦਬਦਬਾ ਰਿਹਾ ਹੈ। ਹੁਣ ਵੀ ਕਿਹਾ ਜਾ ਰਿਹਾ ਕਿ ਵੀ ਜਦ ਤੱਕ ਹਰਿਆਣਾ ਦੀ ਸਰਕਾਰ ਨਹੀਂ ਡਿੱਗ ਜਾਂਦੀ, ਕਿਉਂਕਿ ਕਿਸਾਨਾਂ ਵੱਲੋਂ ਹੱਲਾ ਬੋਲਿਆ ਹੋਇਆ, ਤਾਂ ਪੰਜਾਬ ਦੇ ਨਾਲ ਤਕਰੀਬਨ ਦੇਸ਼ ਦੇ ਹੋਰ ਵੀ ਕਿਸਾਨ ਆ ਰਹੇ ਨੇ। ਹੁਣ ਤਾਜ਼ਾ ਜਾਣਕਾਰੀ ਦੇ ਆਪਾਂ ਦੇਖਿਆ, ਲੰਘੇ ਦਿਨੀ ਦੇਖਿਆ ਕਿ ਪਟਨਾ ਦੇ ਵਿੱਚ ਭਾਜਪਾ ਨੇ ਕਿਸਾਨਾਂ ਨੂੰ ਦਬਾਉਣ ਦੇ ਲਈ ਉੱਥੇ ਲਾਠੀ ਚਾਰਜ ਕੀਤਾ ਸੀਗਾ। ਪਟਨਾ ਦੇ ਵਿੱਚ ਸਾਡੇ ਕੋਲ ਫੁਟੇਜ ਵੀ ਆਈ ਸੀ, ਸਾਡੇ ਕੋਲ ਲੋਕਾਂ ਤੱਕ ਦਿਖਾਈ ਵੀ ਗਈ ਹੈ ਕਿ ਕਿਸਾਨਾਂ ਦੇ ਡੰਡੇ ਮਾਰੇ ਗਏ ਨੇ, ਕਈਆਂ ਦੇ ਸਿਰ ਵੀ ਪੜੇ ਨੇ ਤੇ ਖੂਨ ਵੀ ਨਿਕਲਦਾ ਰਿਹਾ ਵਾ। ਬਹੁਤ ਦਰਦਨਾਕ ਤਸਵੀਰਾਂ ਸੀਗੀਆਂ, ਦਿਲ ਝੰਜੋੜਦੀਆਂ ਸੀਗੀਆਂ ਤਸਵੀਰਾਂ। ਪਰ ਇਸ ਦੇ ਇੱਕ ਜੋ ਸਾਰਥਕ ਚੀਜ਼ ਸੀਗੀ ਕਿ ਇਹ ਲੱਗ ਗਿਆ ਕਿ ਵੀ ਬਹੁਤ ਦੇਰ ਤੋਂ ਸਵਾਲ ਆ ਰਿਹਾ ਸੀਗਾ, ਬਿਹਾਰ, ਪਟਨਾ, ਯੂਪੀ, ਇੱਥੋਂ ਦੇ ਕਿਸਾਨ ਕਿਉਂ ਨਹੀਂ ਸਾਹਮਣੇ ਆ ਰਹੇ। ਤਾਂ ਉਹਦਾ ਕਹਿ ਦਿੱਤਾ ਜਾਂਦਾ ਸੀ ਭਾਜਪਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹੁਣ ਕਿਸਾਨ ਦੱਬਣ ਵਾਲਾ ਨਹੀਂ ਰਹਿ ਗਿਆ। ਹੁਣ ਕਿਸਾਨ ਉੱਠ ਕੇ ਸਾਹਮਣੇ ਆ ਰਿਹਾ, ਲੜਨ ਲਈ ਆ ਰਿਹਾ ਕਿ ਵੀ ਤੁਸੀਂ ਜੇ ਸਾਨੂੰ ਤੰਗ ਕਰੋਗੇ ਤਾਂ ਅਸੀਂ ਤੁਹਾਡੇ ਤੇ ਸਟ੍ਰਾਈਕ ਬੈਕ ਕਰਾਂਗੇ, ਅਸੀਂ ਬਿਲਕੁਲ ਲੜਾਈ ਲੜਾਂਗੇ, ਅਸੀਂ ਤੁਹਾਡੇ ਨਾਲ ਏਦਾਂ ਪਿੱਛੇ ਨਹੀਂ ਹਟਦੇ। ਤਾਂ ਹੁਣ ਤੱਕ ਜੋ ਕਿਸਾਨੀ ਸੰਘਰਸ਼ ਰਿਹਾ, ਪਹਿਲਾਂ ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ, ਉਵੇਂ ਹੀ ਹੁਣ ਬਣਿਆ ਹੋਇਆ। ਇਹ ਬਹੁਤ ਵੱਡੀ ਉਪਲਬਧੀ ਹੈ, ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਨਾਲ ਗੱਲ ਕੀਤੀ ਜਾਂਦੀ ਸੀ ਕਿ ਪੰਜਾਬ ਦਾ ਨੌਜਵਾਨ ਹੁੱਲੜਬਾਜ਼ ਹੈ, ਪੰਜਾਬ ਦਾ ਨੌਜਵਾਨ ਜੋ ਹੈ ਉਹ ਖੱਪ ਬਹੁਤ ਪਾਉਂਦਾ ਹੈ, ਰੌਲਾ ਬਹੁਤ ਪਾਉਂਦਾ ਹੈ, ਹਰ ਚੀਜ਼ ਨੂੰ ਤੋੜਦਾ ਹੈ, ਤੋੜ ਦਾ ਰੱਖਦੇ ਸੀ। ਪਰ ਹੁਣ ਜੋ ਜ਼ਾਹਿਰ ਹੋ ਗਿਆ ਕਿ ਨਹੀਂ, ਪੰਜਾਬ ਦਾ ਨੌਜਵਾਨ ਬੜਾ ਸੂਝਵਾਨ ਹੈ, ਪੰਜਾਬ ਦਾ ਨੌਜਵਾਨ ਸੁਣਨ ਵਾਲਾ ਹੈ, ਪੰਜਾਬ ਦਾ ਨੌਜਵਾਨ ਆਪਣੇ ਬਜ਼ੁਰਗਾਂ ਦੀ ਸੁਣਦਾ ਹੈ, ਪੰਜਾਬ ਦਾ ਨੌਜਵਾਨ ਆਪਣੇ ਕਈ ਗੱਲਾਂ ਤੇ ਪੂਰਨੇ ਪਾਉਂਦਾ। ਪੰਜਾਬ 'ਚ ਏਡਾ ਲੰਬਾ ਸ਼ਾਂਤਮਈ ਪ੍ਰਦਰਸ਼ਨ ਚੱਲਿਆ, ਦਿੱਲੀ ਆ ਗਏ, ਅਸੀਂ ਸਰਹੱਦ ਤੇ ਬੈਠੇ ਆ, ਮੌਸਮ ਜੋ ਮਰਜ਼ੀ ਹੋਵੇ। ਕਈ ਵਾਰ ਤਾੜ-ਪੀੜ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਈ ਲੋਕ ਫੜੇ ਵੀ ਗਏ, ਪਰ ਨੌਜਵਾਨ ਨੇ ਟਸ ਤੋਂ ਮਸ ਨਹੀਂ ਕੀਤੀ। ਬਿਲਕੁਲ, ਉਹ ਆਪਣੀ ਗੱਲ ਦੇ ਉੱਤੇ ਕਾਇਮ ਰਹੇ। ਮੈਂ ਇੱਥੇ ਰਵਿੰਦਰ ਜੀ ਗੱਲ ਕਹੂੰਗਾ ਕਿ ਇਤਿਹਾਸ ਫਿਰ ਇਸ ਮਾਮਲੇ ਦੇ ਵਿੱਚ ਮੈਂ ਇੱਕ ਵਾਰੀ ਜ਼ਿਕਰ ਕਰਨਾ ਚਾਹੂੰਗਾ। ਸਾਡੇ ਕੋਲੇ ਗੁਰੂ ਕੇ ਬਾਗ ਦਾ ਮੋਰਚਾ ਇੱਕ ਇਤਿਹਾਸਕ ਗਵਾਹੀ ਦਿੰਦਾ ਇਸ ਗੱਲ ਦੀ ਕਿ ਉਹ ਮੋਰਚਾ ਬੜਾ ਹੀ ਸ਼ਾਂਤਮਈ ਸੀਗਾ। ਔਰ ਜਦੋਂ ਪੁਲਿਸ ਅਫਸਰ ਬੀਟੀ ਨੇ ਉਸ ਬਾਰੇ ਵੀ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਕਿ ਮੈਂ ਇਸ ਤਰੀਕੇ ਜਿਹੜੇ ਮਸੀਹਾ ਆ ਉਹ ਇੱਕ ਇੱਕ ਨੂੰ ਉਸ ਜਗ੍ਹਾ ਦੇ ਉੱਤੇ ਉਸ ਸੂਲੀ ਉੱਤੇ ਚੜ੍ਹਦਿਆਂ ਵੇਖਿਆ ਆ ਕਿ ਜਿੰਨੇ ਸ਼ਾਂਤਮਈ ਤਰੀਕੇ ਨਾਲ ਉਹ ਸਿਰ ਦੇ ਵਿੱਚ ਡਾਂਗਾਂ ਖਾ ਰਹੇ ਸੀ, ਔਰ ਫਿਰ ਵੀ ਅਸੀਂ ਉਹ ਅੰਦੋਲਨ ਜਿਹੜਾ ਜਿੱਤਿਆ ਗੁਰੂ ਕੇ ਬਾਗ ਦਾ। ਉਸ ਤੋਂ ਬਾਅਦ ਇੰਨੇ ਵਰਿਆਂ ਨੇ ਉਹ ਇਤਿਹਾਸ ਨੂੰ ਫੇਰ ਦੁਹਰਾ ਦਿੱਤਾ ਕਿ ਇਸ ਜਿਹੜਾ ਦਿੱਲੀ ਵਾਲਾ ਅੰਦੋਲਨ ਦੇਖ ਰਹੇ ਹਾਂ, ਔਰ ਉਹਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਇੰਨੇ ਲੰਮੇ ਸਮੇਂ ਤੱਕ ਇਹ ਚੱਲਣਾ, ਚਾਹੇ ਅਸੀਂ ਰੇਲਵੇ ਟਰੈਕਾਂ ਤੋਂ ਲੈ ਕੇ ਪੰਜਾਬ ਦੇ ਧਰਨਿਆਂ ਤੋਂ ਲੈ ਕੇ ਅੱਜ ਦਿੱਲੀ ਦੇ ਬਾਰਡਰਾਂ ਤੱਕ ਦੇ ਧਰਨੇ ਦੀ ਗੱਲ ਕਰਦੇ ਹਾਂ, ਤੇ ਵਾਕਈ ਉਹ ਬਹੁਤ ਸ਼ਾਂਤਮਈ। ਔਰ ਜਿਸ ਨੇ ਵੀ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਵੀ ਇਹਨੂੰ ਕੀਤੀ ਆ, ਉਹ ਸਾਰੇ ਦੇ ਸਾਰੇ ਲੋਕਾਂ ਨੂੰ ਜਿਹੜਾ ਆ ਉਹ ਫੜ ਲਿਆ ਗਿਆ ਹੈਗਾ, ਉਹਨਾਂ ਨੂੰ ਕੈਪਚਰ ਕਰ ਲਿਆ ਗਿਆ, ਔਰ ਉਹਨਾਂ ਦੀ ਜਿਹੜੀ ਆ ਅਸਲੀਅਤ ਉਹ ਸਾਹਮਣੇ ਲਿਆਂਦੀ ਗਈ ਆ ਵੀ ਇਹ ਤੁਸੀਂ ਗਲਤ ਕਰ ਰਹੇ ਸੀ, ਇਸ ਨੂੰ ਤੁਸੀਂ ਤੋੜ ਨਹੀਂ ਸਕਦੇਗੇ। ਔਰ ਜਦੋਂ ਅਸੀਂ ਇੱਥੇ ਉਹ ਵੀ ਕਹਾਣੀ ਦੀ ਗੱਲ ਕਰਾਂਗੇ ਕਿ ਇੱਕ 'ਚ ਬਰਕਤ ਵਾਲੀ ਗੱਲ ਆ, ਜਦੋਂ ਹੁਣ ਇਕੱਲੇ ਪੰਜਾਬ ਨੂੰ ਕਰ ਰਹੇ ਸੀਗੇ, ਇੱਥੇ ਇੱਕ ਪੱਖ ਇਹ ਵੀ ਹੈ ਕਿ ਭਾਰਤ ਵਿੱਚ ਹੁਣ ਤੱਕ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਕ੍ਰਾਂਤੀਆਂ ਹੋਈਆਂ, ਜਿਸ ਤਰ੍ਹਾਂ ਜਿੰਨੀਆਂ ਮੂਵਮੈਂਟਾਂ ਚੱਲੀਆਂ, ਉਹਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਨੇ ਅਗਵਾਈ ਕੀਤੀ ਹੈ। ਭਾਰਤ ਦੇ ਆਜ਼ਾਦੀ ਅੰਦੋਲਨ ਦੀ ਅਸੀਂ ਗੱਲ ਕਰ ਲਈਏ ਤਾਂ ਉਹਦੇ ਵਿੱਚ ਪੰਜਾਬ ਤੇ ਉਸ ਤੋਂ ਬਾਅਦ ਬੰਗਾਲ, ਔਰ ਬੰਗਾਲ ਤੋਂ ਬਾਅਦ ਪੂਰਾ ਭਾਰਤ ਇਸ ਦੇ ਵਿੱਚ ਛਾਇਆ ਗਿਆ। ਅਗਰ ਗਦਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਗਦਰ ਪੰਜਾਬ ਦੇ ਵਿੱਚੋਂ ਹੀ ਪਹਿਲੀ ਵਾਰੀ ਸ਼ੁਰੂਆਤ ਹੋਈ, ਔਰ ਪੂਰੇ ਦੇਸ਼ ਨੂੰ ਇਹਦੀ ਚਣਕ ਲਾਈ, ਔਰ ਆਜ਼ਾਦੀ ਦੀ ਲਹਿਰ ਦੇ ਵਿੱਚ ਬਾਅਦ ਵਿੱਚ ਅਸੀਂ ਦੇਸ਼ ਆਜ਼ਾਦ ਕਰਵਾਇਆ। ਇਸੇ ਨਾਲ ਹੀ ਜੋੜਦੇ ਹੋਏ ਵਿੱਚੋਂ ਇੱਕ ਮੈਂ ਤੁਹਾਨੂੰ ਟੋਕ ਰਿਹਾ, ਜੋੜ ਰਿਹਾ ਕਿ ਭਗਤ ਸਿੰਘ ਦਾ ਨਾਮ ਹਮੇਸ਼ਾ ਅੱਗੇ ਆਉਂਦਾ ਰਿਹਾ। ਬਿਲਕੁਲ। ਸ਼ਹੀਦ ਊਧਮ ਸਿੰਘ ਦਾ ਨਾਮ ਹਮੇਸ਼ਾ ਅੱਗੇ ਆਇਆ, ਕਰਤਾਰ ਸਿੰਘ ਸਰਾਭਾ ਦਾ ਨਾਮ ਅੱਗੇ ਆਇਆ, ਕੋਈ ਸ਼ੱਕ ਨਹੀਂ। ਨੌਜਵਾਨਾਂ ਨੇ ਇਹਨਾਂ ਦੇ ਗੀਤ ਬਣਾਏ, ਸਦੀਆਂ ਤੋਂ ਬਣਦੇ ਆ ਰਹੇ ਨੇ। ਲੋਕ ਇਹਨਾਂ ਨੂੰ ਜਦੋਂ ਵੀ ਕੋਈ ਦਿਹਾੜਾ ਆਉਂਦਾ ਤਾਂ ਗੀਤ ਬੜੇ ਜ਼ੋਰ ਸ਼ੋਰ ਨਾਲ ਵਜਾਏ ਜਾਂਦੇ ਨੇ। ਕਿਹਾ ਜਾਂਦਾ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਤਾਂ ਕਿਤੇ ਨਾ ਕਿਤੇ ਲੱਗਦਾ ਹੁੰਦਾ ਸੀ ਕਿ ਵੀ ਨੌਜਵਾਨ ਇਹ ਗੱਲਾਂ ਕਿਉਂ ਕਰਦੇ ਨੇ, ਕਿਉਂਕਿ ਏਕਾ ਤਾਂ ਕਿਤੇ ਹੈ ਨਹੀਂ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਜੋ ਬੈਠੇ ਨੇ ਨੌਜਵਾਨਾਂ ਨੇ ਉਹ ਸਾਬਤ ਕਰਤਾ ਕਿ ਵੀ ਹਾਂਜੀ ਉਹ ਭਗਤ ਸਿੰਘ ਦਾ ਜੋ ਸੁਪਨਾ ਸੀ ਇਕਜੁੱਟ ਹੋਣ ਦਾ,
ਇਕੱਠੇ ਰਹਿਣ ਦਾ, ਸ਼ਾਂਤਮਈ ਰਹਿਣ ਦਾ, ਆਪਣੇ ਹੱਕ ਲੈਣ ਲਈ ਲੜਾਈ ਕਰਨੀ ਆ ਤਾਂ ਤਰੀਕੇ ਨਾਲ ਕਰਨੀ ਆ। ਸ਼ਹੀਦ ਭਗਤ ਸਿੰਘ ਦਾ ਇਹ ਸੁਪਨਾ ਸੀ। ਨੌਜਵਾਨਾਂ ਨੇ ਅੱਜ ਉਹ ਸਾਬਤ ਕਰਤਾ ਕਿ ਵੀ ਅਸੀਂ ਸ਼ਹੀਦ ਭਗਤ ਸਿੰਘ ਤੇ ਸਿਰਫ ਜੋ ਗੀਤ ਬਣਾਏ ਨੇ ਉਹ ਸੁਣੇ ਨਹੀਂ, ਗਾਏ ਨਹੀਂ, ਉਹਨਾਂ ਤੇ ਅਸੀਂ ਭੰਗੜਾ ਨਹੀਂ ਪਾਇਆ, ਅਸੀਂ ਬਲਕਿ ਉਹਨਾਂ ਨੂੰ ਮੰਨ ਵੀ ਰਹੇ ਹਾਂ। ਬਹੁਤ ਵੱਡਾ ਸਵਾਲ ਹੈ ਕਿ ਵੀ ਨੌਜਵਾਨ ਹੈ ਜੋ ਆਪਣੇ ਆਪ ਨੂੰ ਸੰਭਾਲੀ ਬੈਠੇ ਨੇ, ਤਾਂ ਬਹੁਤ ਵੱਡੇ ਨਾਮ ਵੀ ਸਾਹਮਣੇ ਆਏ ਨੇ। ਲੱਖਾ ਸਿਧਾਣਾ ਦਾ ਨਾਮ ਸਾਹਮਣੇ ਆਇਆ, ਦੀਪ ਸਿੱਧੂ ਦਾ ਨਾਮ ਸਾਹਮਣੇ ਆਇਆ। ਜਦੋਂ ਕਿਹਾ ਜਾਂਦਾ ਸੀ ਕਿ ਵੀ ਇਹ ਉਹ ਨੌਜਵਾਨ ਕਿਵੇਂ ਸੰਭਾਲ ਸਕਦੇ ਆ, ਬਿਲਕੁਲ, ਹਾਲਾਂਕਿ ਮੰਡੀਰ ਦਾ ਨਾਮ ਦੇ ਦਿੱਤਾ ਜਾਂਦਾ ਸੀ, ਉਹਨਾਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਸੀਗਾ। ਲੱਖਾ ਸਿਧਾਣਾ ਦਾ ਨਾਮ ਸਾਹਮਣੇ ਆਇਆ, ਦੀਪ ਸਿੱਧੂ ਦਾ ਨਾਮ ਸਾਹਮਣੇ ਆਇਆ, ਉਹਨਾਂ ਨੇ ਬੜੇ ਸਹੀ ਤਰੀਕੇ ਨਾਲ ਸੰਭਾਲਿਆ। ਬਿਲਕੁਲ, ਹਰ ਰੋਜ਼ ਲਾਈਵ ਆਉਂਦੇ ਨੇ, ਨੌਜਵਾਨਾਂ ਨਾਲ ਗੱਲਾਂ ਕਰਦੇ ਨੇ, ਨੌਜਵਾਨ ਉਹਨਾਂ ਦੀ ਮੰਨ ਵੀ ਰਹੇ ਨੇ। ਔਰ ਸਭ ਤੋਂ ਵੱਡੀ ਗੱਲ, ਉਹਨਾਂ ਨੇ ਆਪਣੇ ਆਪ ਨੂੰ ਸਾਬਤ ਨਹੀਂ ਕੀਤਾ ਵੀ ਅਸੀਂ ਆਗੂ ਹਾਂ। ਸਭ ਤੋਂ ਵੱਡੀ, ਜੇ ਉਹਨਾਂ ਨੂੰ ਸਟੇਜ ਤੇ ਜਾਣ ਦਾ ਮੌਕਾ ਮਿਲਿਆ ਸਟੇਜ ਤੇ ਬੋਲੇ, ਨਹੀਂ ਜਾਣ ਦਾ ਮੌਕਾ ਮਿਲਿਆ ਨਹੀਂ ਬੋਲੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਵੀ ਸਾਨੂੰ ਕਿਉਂ ਨਹੀਂ ਕਰਨ ਦਿੰਦੇ। ਨੌਜਵਾਨ ਸੁਣ ਰਹੇ ਨੇ। ਬਹੁਤ ਵੱਡੀ ਗੱਲ ਇਹ ਹੈ ਕਿ ਵੀ ਨੌਜਵਾਨਾਂ ਨੂੰ ਆਗੂ ਮਿਲ ਗਏ ਨੇ, ਜਿਨ੍ਹਾਂ ਦੀ ਸੁਣੀ ਜਾ ਰਹੀ ਹੈ, ਜਿਨ੍ਹਾਂ ਦੀ ਮੰਨੀ ਜਾ ਰਹੀ ਹੈ। ਬਹੁਤ ਤਰੀਕੇ ਨਾਲ ਇਹ ਸਾਰਾ ਜੋ ਸੰਘਰਸ਼ ਚੱਲਦਾ ਜਾ ਰਿਹਾ ਹੈ। ਤਾਂ ਇਸੇ ਲਈ ਕਹਿ ਰਹੇ ਹਾਂ ਕਿ ਵੀ ਪੰਜਾਬ ਕਿਉਂ ਕਾਮਯਾਬ ਹੋ ਰਿਹਾ ਹੈ। ਭਾਜਪਾ ਤਾਂ ਡਰ ਰਹੀ ਹੈ ਕਿਉਂਕਿ ਪੰਜਾਬੀ ਖੜੇ ਨੇ, ਪੰਜਾਬੀਆਂ ਦੇ ਨਾਲ ਉਹਨਾਂ ਦਾ ਹਰਿਆਣਾ ਵੀ ਆ ਗਿਆ, ਪੰਜਾਬੀਆਂ ਦੇ ਨਾਲ ਗੁਜਰਾਤ ਦੇ ਲੋਕ ਵੀ ਆ ਗਏ, ਰਾਜਸਥਾਨ ਆ ਗਿਆ, ਬਿਹਾਰ, ਤਾਮਿਲਨਾਡੂ ਤੱਕ ਦੇ, ਕੇਰਲ ਦੇ ਕਿਸਾਨ ਆ ਗਏ। ਬਿਲਕੁਲ। ਇੱਕ ਰਵਿੰਦਰ ਜੀ ਨਾਲ ਜੁੜਦੀ ਗੱਲ ਇਹ ਵੀ ਅਸੀਂ ਕਰ ਲਈਏ ਕਿ ਜਦੋਂ ਪੰਜਾਬ ਦੇ ਇਸ ਅੰਦੋਲਨ ਦੀ ਸ਼ੁਰੂਆਤ ਹੋਈ ਆ, ਉਦੋਂ ਤੋਂ ਹੀ ਖਾਸ ਤੌਰ ਤੇ ਗੋਦੀ ਮੀਡੀਆ ਤੇ ਸਾਰਾ ਰੌਲਾ ਪਿਆ ਹੋਇਆ ਕਿ ਉਹ ਵਾਰ-ਵਾਰ ਜਿਹੜਾ ਸਰਕਾਰਾਂ ਦਾ ਪੱਖ ਪੂਰਨ ਕਰਨ ਵਾਲਾ ਮੀਡੀਆ, ਉਹ ਇਸ ਨੂੰ ਅੱਤਵਾਦੀ ਅੰਦੋਲਨ ਦਾ ਨਾਂ ਦੇ ਰਿਹਾ, ਕਦੇ ਇਹਨੂੰ ਨਕਸਲਬਾੜੀ ਅੰਦੋਲਨ ਦਾ ਨਾਂ ਦੇ ਰਿਹਾ ਹੈਗਾ। ਵੱਖ-ਵੱਖ ਇਹ ਗੱਲਾਂ ਕੀਤੀਆਂ ਜਾ ਰਹੀਆਂ। ਹੁਣ ਅਸੀਂ ਇੱਥੇ ਇਹ ਵੀ ਕਹਾਂਗੇ ਕਿ ਜਦੋਂ ਹਰਿਆਣਾ ਨਾਲ ਆ ਕੇ ਖੜ ਗਿਆ, ਬਿਹਾਰ ਯੂਪੀ ਨਾਲ ਆ ਕੇ ਖੜ ਗਿਆ, ਹੋਰ ਸਟੇਟਾਂ ਨਾਲ ਆ ਕੇ ਖੜ ਗਈਆਂ, ਉੱਥੋਂ ਦੇ ਕਿਸਾਨ, ਇੱਥੋਂ ਤੱਕ ਕਿ ਮੋਦੀ ਦੇ ਆਪਣੀ ਸਟੇਟ ਗੁਜਰਾਤ ਦੇ ਕਿਸਾਨ ਵੀ ਉੱਥੋਂ ਚੱਲ ਕੇ ਇੱਥੇ ਆਏ ਆ। ਨੌਜਵਾਨ ਪੀੜ੍ਹੀ ਦੇ ਅਸੀਂ ਸੋਸ਼ਲ ਮੀਡੀਆ ਤਾਂ ਹੁਣ ਇੱਕ ਆਮ ਜਿਹੀ ਗੱਲ ਆ ਕਿ ਉਹਦੇ ਉੱਤੇ ਵੀ ਸਾਨੂੰ ਪਤਾ ਲੱਗਦਾ ਕਿ ਉਹ ਨੌਜਵਾਨ ਉੱਥੋਂ ਚੱਲ ਕੇ ਆਏ, ਉਹਨਾਂ ਨੇ ਦੱਸਿਆ। ਔਰ ਜੋ ਮੋਦੀ ਹਕੂਮਤ ਕਰਦੀ ਪਈ ਆ, ਉਹ ਵੀ ਅਸੀਂ ਦੇਖਦੇ ਪਏ ਹਾਂ ਕਿ ਮੋਦੀ ਹਕੂਮਤ ਆਪਣੇ ਤੌਰ ਦੇ ਉੱਤੇ ਆਪਣੀ ਹੀ ਪਿੱਠ ਥਾਪੜਨ ਦੀ ਖਾਤਰ ਕਿਸਾਨਾਂ ਦੇ ਇਕੱਠ ਕਰਕੇ ਉਹਨਾਂ ਨੂੰ ਆਪਣੇ ਬਾਰੇ ਦੱਸ ਰਹੇ ਹੈਗੇ ਆ, ਔਰ ਉਸ ਨੂੰ ਇਸ ਤਰੀਕੇ ਸ਼ੋਅ ਕਰ ਰਿਹਾ ਕਿ ਦੇਖੋ ਜੀ ਅਸੀਂ ਜਿਹੜੀਆਂ ਇਹ ਕਾਨੂੰਨ ਪਾਸ ਕੀਤੇ ਆ, ਸਾਡੇ ਸਟੇਟ ਦੇ ਜਿਹੜੇ ਕਿਸਾਨ ਆ ਉਹ ਇਸ ਨੂੰ ਪ੍ਰਵਾਨ ਕਰ ਰਹੇ ਆ। ਜਦੋਂ ਕਿ ਇਸ ਟਾਈਮ ਗੁਜਰਾਤ ਦਾ ਜਿਹੜਾ ਕਿਸਾਨ ਹੈ ਉਹ ਖਤਮ ਹੈ, ਉਹ ਮਰ ਰਿਹਾ ਹੈਗਾ। ਔਰ ਗੁਜਰਾਤ ਦੇ ਵਿੱਚ ਹੀ ਅਸੀਂ ਅਗਰ ਆਂਧਰਾ ਤੋਂ ਲੈ ਕੇ ਗੁਜਰਾਤ ਦੀ ਗੱਲ ਕਰ ਲਈਏ ਤਾਂ ਉੱਥੇ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਕਿਸਾਨ ਜਿਹੜੇ ਸੀਗੇ ਉਹਨਾਂ ਨੇ ਸੁਸਾਈਡ ਕੀਤੇ, ਉਹ ਮਰੇ। ਔਰ ਉਹਨਾਂ ਨੇ ਕਾਰਨ ਕੀ ਸੀ? ਉਹੀ ਖੇਤੀ ਦੇ ਜੋ ਸਿਸਟਮ ਬਣੇ ਹੋਏ ਆ ਉਹ ਉਹਨਾਂ ਨੂੰ ਪ੍ਰਵਾਨ ਨਹੀਂ ਸੀ। ਔਰ ਉਹ ਇਸ ਤਰ੍ਹਾਂ ਦੇ ਕਾਨੂੰਨ ਨੂੰ ਕਿਵੇਂ ਪ੍ਰਵਾਨ ਕਰਨਗੇ, ਕਿਵੇਂ ਇਹ ਮੋਦੀ ਸਰਕਾਰ ਦਾਅਵੇ ਨਾਲ ਕਹਿ ਸਕਦੀ ਹੈਗੀ ਆ। ਇਸ ਕਰਕੇ ਜਦੋਂ ਪੰਜਾਬ ਅਗਵਾਈ ਕਰ ਰਿਹਾ ਤੇ ਇੱਥੇ ਇਹੀ ਕਹਿਣਾ ਬਣਦਾ ਹੈਗਾ ਕਿ ਪੰਜਾਬ ਦੇ ਉਸ ਕ੍ਰਾਂਤੀਕਾਰੀ ਕਦਮ ਦੇ ਵਿੱਚ ਉਹਨਾਂ ਨੇ ਵੀ ਆਪਣੇ ਕਦਮ ਨਾਲ ਕਦਮ ਮਿਲਾਏ ਹੈਗੇ ਆ। ਇਸ ਕਰਕੇ ਇਹ ਹੁਣ ਸਮੁੱਚੇ ਭਾਰਤੀ ਕਿਸਾਨਾਂ ਦਾ ਅੰਦੋਲਨ ਬਣ ਗਿਆ, ਜਿਹੜਾ ਕਿ ਕਿਸਾਨੀ ਨੂੰ, ਜਿਹਦੇ ਉੱਤੇ ਸਾਰਾ ਦਾਰੋਮਦਾਰ ਸਾਡੇ ਦੇਸ਼ ਦਾ ਟਿਕਿਆ ਹੋਇਆ, ਜਿਹਦੇ ਉੱਤੇ ਸਾਰੇ ਹੀ ਲੋਕਾਂ ਦਾ ਜਿਹੜਾ ਹੈਗਾ ਆ ਕਾਰੋਬਾਰ ਟਿਕੇ ਹੋਏ ਆ। ਅੱਜ ਜਦੋਂ ਅਸੀਂ ਪੰਜਾਬ ਤੋਂ ਵਪਾਰੀ ਵਰਗ ਤੋਂ ਲੈ ਕੇ, ਦੁਕਾਨਦਾਰ ਤੋਂ ਲੈ ਕੇ, ਕਲਾਕਾਰਾਂ ਤੋਂ ਲੈ ਕੇ, ਇਸ ਤਰ੍ਹਾਂ ਦੇ ਉਹ ਸਾਰੇ ਲੋਕ ਨਾਲ ਖੜ ਗਏ ਆ, ਤਾਂ ਫਿਰ ਇਸ ਨੂੰ ਕਹਿ ਸਕਦੇ ਹਾਂ ਕਿ ਇੱਕ ਸੱਚਾ ਤੇ ਸੁੱਚਾ ਅੰਦੋਲਨ ਹੈ ਜੋ ਸੱਚਮੁੱਚ ਹੀ ਧਰਤੀ ਨਾਲ, ਕਿਸਾਨੀ ਨਾਲ ਤੇ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਜੀ। ਬਿਲਕੁਲ। ਇੱਥੇ ਇੱਕ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਗੁਜਰਾਤ ਮਾਡਲ ਦੀ ਹਮੇਸ਼ਾ ਗੱਲ ਆਈ ਹੈ ਜੀ। ਬਿਲਕੁਲ। ਚਾਹੇ ਉਹ ਕਾਰੋਬਾਰੀਆਂ ਲਈ ਸੀ, ਚਾਹੇ ਉਹ ਕਿਸੇ ਡਿਵੈਲਪਮੈਂਟ ਲਈ ਸੀ ਜਾਂ ਕਿਸਾਨਾਂ ਲਈ ਸੀ, ਤਾਂ ਵੀ ਇੱਕ ਵਾਰੀ ਨਾਮ ਉੱਠਿਆ ਸੀ ਗੁਜਰਾਤ ਮਾਡਲ ਕਾਮਯਾਬ ਰਿਹਾ। ਪਰ ਫਿਰ ਉਸੇ ਗੁਜਰਾਤ ਮਾਡਲ ਨੂੰ ਲੁਕੋਇਆ ਵੀ ਜਾਂਦਾ ਰਿਹਾ। ਜਦੋਂ ਟਰੰਪ ਆਏ ਸੀਗੇ ਤਾਂ ਦੇਖਿਆ ਸੀਗਾ ਕਿ ਗੁਜਰਾਤ ਵਿੱਚ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਸੀ ਤੇ ਝੌਂਪੜੀਆਂ ਨਾ ਦਿਖਣ, ਉੱਥੋਂ ਦਾ ਸਲਮ ਚੀਜ਼ਾਂ ਨਾ ਦਿਖਣ, ਕਿਉਂਕਿ ਬੜੇ ਜ਼ੋਰੋ ਸ਼ੋਰੋ ਨਾਲ ਮੀਡੀਆ ਨੇ ਕੀਤਾ ਸੀਗਾ ਕਿ ਵੀ ਹਾਂਜੀ ਗੁਜਰਾਤ ਮਾਡਲ ਬਹੁਤ ਵੱਡਾ ਮਾਡਲ ਬਣ ਚੁੱਕਿਆ ਹੈ। ਤਾਂ ਫਿਰ ਕਿਹਾ ਗਿਆ ਕਿ ਵੀ ਕਿਸਾਨਾਂ ਲਈ ਗੁਜਰਾਤ ਮਾਡਲ ਬਹੁਤ ਵਧੀਆ। ਹੁਣ ਤੱਕ ਸਭ ਕੁਝ ਫੇਲ ਨਜ਼ਰ ਆਇਆ। ਬਿਲਕੁਲ। ਕਿਸਾਨੀ ਹੈ, ਕਾਰੋਬਾਰ ਹੈ, ਚਾਹੇ ਜੋ ਮਰਜ਼ੀ ਹੈ, ਗੁਜਰਾਤ ਮਾਡਲ ਹਰ ਤਰ੍ਹਾਂ ਦੇ ਨਾਲ ਫੇਲ ਆਇਆ। ਤਾਂ ਵੀ ਨੈਸ਼ਨਲ ਮੀਡੀਆ ਨੇ ਪੰਜਾਬ ਵੱਲ ਧਿਆਨ ਦੇਣ ਤੋਂ ਬੜੀ ਝਿਜਕ ਕੀਤੀ। ਬਿਲਕੁਲ। ਹੁਣ ਨੈਸ਼ਨਲ ਮੀਡੀਆ ਤਾਂ ਨਹੀਂ ਭੱਜ ਸਕਦਾ, ਹਰਿਆਣਾ ਵੀ ਨਾਲ ਹੈ, ਪੂਰਾ ਭਾਰਤ ਨਾਲ ਹੈ। ਕਿ ਹੁਣ ਇਕੱਲੇ ਰਾਜ ਦਾ ਨਾਮ ਨਹੀਂ ਰਹਿ ਜਾਂਦਾ ਪਿੱਛੇ, ਹੁਣ ਪੂਰਾ ਭਾਰਤ ਹੀ ਪੰਜਾਬ ਦੇ ਨਾਲ ਹੈ, ਇਕਜੁੱਟ ਹੋ ਗਿਆ, ਕਿਸਾਨ ਆ ਗਿਆ, ਅੰਤਰਰਾਸ਼ਟਰੀ ਮੁੱਦਾ ਬਣ ਚੁੱਕਿਆ। ਕੈਨੇਡਾ, ਆਸਟ੍ਰੇਲੀਆ ਜਾਂ ਕੋਈ ਵੀ ਮੁਲਕ ਦਾ ਨਾਮ ਲੈ ਲਈਏ ਤਾਂ ਉੱਥੋਂ ਖਬਰ ਚੱਲਦੀ ਹੈ, ਤਾਂ ਰੋਜ਼ ਦੀ ਖਬਰ ਆਉਂਦੀ ਹੈ ਕਿ ਵੀ ਪੰਜਾਬ ਦਾ ਕਿਸਾਨ ਕਿਵੇਂ ਬਾਕੀਆਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ। ਤਾਂ ਇਸੇ ਨੂੰ ਦੇਖ ਕੇ ਜੋ ਭਾਜਪਾ ਹੈ
ਉਹ ਫਿਰ ਤੋਂ ਫਿਰ ਕੋਈ ਨਾ ਕੋਈ ਚੀਜ਼ ਆ ਤਾੜ-ਪੀੜ ਕਰਨ ਨੂੰ ਲੱਗੀ ਰਹਿੰਦੀ ਹੈ, ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਪੰਜਾਬ ਦਾ ਮਾਹੌਲ ਥੋੜਾ ਜਿਹਾ ਦੇਖਿਆ ਜਾਵੇ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਲੁਧਿਆਣਾ ਵਿੱਚ ਅੱਜ ਬਹੁਤ ਵੱਡੀ ਲੜਾਈ ਹੋਈ ਹੈ, ਚਾਹੇ ਉਹ ਕਾਂਗਰਸੀਆਂ ਨਾਲ ਹੀ ਹੋਈ ਹੈ, ਚਾਹੇ ਉਹ ਆਪਣੇ ਭਾਸ਼ਣ ਦੌਰਾਨ ਹੋਈ ਹੈ, ਪਰ ਕਿਤੇ ਨਾ ਕਿਤੇ ਫਿਰ ਵੀ ਭਾਜਪਾ ਦੀ ਉਹ ਨੀਤੀ ਸਾਹਮਣੇ ਆ ਜਾਂਦੀ ਹੈ ਕਿ ਵੀ ਜੇ ਅਸੀਂ ਇੱਕ ਜਗ੍ਹਾ ਤੇ ਫਸ ਗਏ ਤਾਂ ਅਸੀਂ ਦੂਜੇ ਪਾਸੇ ਤੋੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਲੋਕਾਂ ਦਾ ਧਿਆਨ ਬਦਲ ਜਾਏ। ਬਿਲਕੁਲ ਉਹ ਚੱਲ ਵੀ ਇਦਾਂ ਰਿਹਾ ਤਾਂ ਹੁਣ ਇਸ ਚੀਜ਼ ਨੂੰ ਲੈ ਕੇ ਅਸੀਂ ਕਹਿ ਰਹੇ ਸੀ ਵੀ ਜੋ ਕਿਸਾਨੀ ਅੰਦੋਲਨ ਹੈ ਹੁਣ ਤੱਕ ਦਾ ਬਹੁਤ ਵੱਡਾ ਅੰਦੋਲਨ ਬਣ ਚੁੱਕਿਆ। ਮੈਂ ਦਿੱਲੀ ਜਾ ਕੇ ਆਇਆ, ਸ਼ਾਇਦ ਤੁਸੀਂ ਵੀ ਦਿੱਲੀ ਦੇਖ ਕੇ ਆਏ ਹੋ, ਕਿੰਨੇ ਲੰਬੇ ਕਿਲੋਮੀਟਰਾਂ ਦੇ ਵਿੱਚ ਉੱਥੇ ਲੋਕ ਇਕੱਠੇ ਹੋਏ ਨੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਕਿਉਂ ਖੜੇ ਨੇ ਉਹ ਠੰਡ 'ਚ, ਕਿਉਂ ਖੜੇ ਨੇ? 8-8 ਕਿਲੋਮੀਟਰ ਲੰਬਾ ਜਾਮ ਕਿਉਂ ਹੈ? ਕਿਉਂਕਿ ਉਹ ਆਪਣੇ ਹੱਕ ਲਈ ਖੜੇ ਨੇ, ਆਪਣੀ ਜ਼ਮੀਨ ਲਈ ਖੜੇ ਨੇ, ਆਪਣੀ ਇੱਜ਼ਤ ਲਈ ਖੜੇ ਨੇ। ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਇਸ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਕਿ ਵੀ ਕਿਸਾਨਾਂ ਨੇ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਵਿੱਚ ਵੱਡੇ ਫੈਸਲੇ ਲਏ ਗਏ ਨੇ। ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਵੀ ਜੇਕਰ ਹੁਣ 4 ਤਰੀਕ ਨੂੰ ਕੇਂਦਰ ਨਾਲ ਕੋਈ ਨਤੀਜਾ ਬਣਦਾ ਹੈ ਤਾਂ ਅਸੀਂ ਆਪਣਾ ਸ਼ਾਂਤਮਈ ਤਰੀਕਾ ਅੱਗੇ ਹੋਰ ਲੈ ਕੇ ਜਾਵਾਂਗੇ। ਜੇਕਰ 4 ਤਰੀਕ ਨੂੰ ਸਰਕਾਰ ਨਾਲ ਕੋਈ ਹੋਰ ਹੱਲ ਨਹੀਂ ਨਿਕਲਦਾ, ਸਾਰਥਕ ਹੱਲ ਨਹੀਂ ਦਿਖਦਾ, ਤਾਂ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ 23 ਜਨਵਰੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਵਾਲੇ ਦਿਨ ਉਹ ਵੱਖ-ਵੱਖ ਰਾਜਾਂ ਦੇ ਰਾਜਪਾਲ ਨੇ ਜਾਂ ਗਵਰਨਰ ਨੇ ਉਹਨਾਂ ਦੇ ਘਿਰਾਓ ਕਰਨਗੇ, ਉਹਨਾਂ ਤੱਕ ਜਾਣਗੇ, ਕੋਸ਼ਿਸ਼ ਕਰਨਗੇ ਆਪਣਾ ਉੱਥੇ ਤੱਕ ਮੰਗ ਪੱਤਰ ਦੇ ਸਕਣ ਕਿ ਵੀ ਸਰਕਾਰ ਸਾਡੇ ਵੱਲ ਧਿਆਨ ਦੇਣ। ਜੇਕਰ ਉਹ ਵੀ ਕਾਮਯਾਬ ਨਹੀਂ ਹੁੰਦਾ, ਸਰਕਾਰ ਫਿਰ ਵੀ ਕਿਸਾਨਾਂ ਅੱਗੇ ਨਹੀਂ ਝੁਕਦੀ, ਤਾਂ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ 26 ਜਨਵਰੀ ਵੱਡਾ ਦਿਨ ਹੈ। 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਦਾ ਆਯੋਜਨ ਕੀਤਾ ਹੈ। ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਟਰੈਕਟਰਾਂ ਦੇ ਉੱਤੇ ਸੰਘਰਸ਼ ਦੇ ਝੰਡੇ, ਕੌਮੀ ਝੰਡੇ ਲਗਾ ਕੇ ਅਸੀਂ ਪ੍ਰਦਰਸ਼ਨ ਕਰਾਂਗੇ, ਕਿਉਂਕਿ ਅਸੀਂ ਭਾਰਤ ਦੇ ਵਾਸੀ ਹਾਂ। ਅਸੀਂ ਵੱਖਵਾਦੀ ਨਹੀਂ, ਅਸੀਂ ਅੱਤਵਾਦੀ ਨਹੀਂ, ਅਸੀਂ ਮਾਓਵਾਦੀ ਨਹੀਂ, ਅਸੀਂ ਕਿਸੇ ਦਾ ਕੋਈ ਵੈਰ ਨਹੀਂ ਹੈ, ਅਸੀਂ ਸਿਰਫ ਆਪਣੇ ਹੱਕ ਲਈ ਲੜ ਰਹੇ ਹਾਂ। ਹੁਣ ਜੋ 4 ਤਰੀਕ ਹੈ ਉਸ ਤੇ ਬਹੁਤ ਕੁਝ ਨਿਰਭਰ ਕਰਦਾ ਹੈ ਸਰਕਾਰ ਵੀ ਕੀ ਕਰਨਾ ਚਾਹੁੰਦੀ ਹੈ, ਕੀ ਨਹੀਂ ਕਰਨਾ ਚਾਹੁੰਦੀ, ਕੀ ਉਹ ਕਿਸਾਨਾਂ ਨਾਲ ਅੱਗੇ ਆਪਣੀ ਗੱਲਬਾਤ ਵਧਾਉਂਦੀ ਹੈ, ਸਾਰਥਕ ਰਹਿੰਦੀ ਹੈ, ਲੋਕ ਆਵਾਜ਼ ਨੂੰ ਸੁਣਿਆ ਜਾਂਦਾ ਹੈ ਜਾਂ ਨਹੀਂ ਸੁਣਿਆ ਜਾਂਦਾ, ਤਾਂ ਉਹ 4 ਤਰੀਕ ਤੇ ਨਿਰਭਰ ਕਰਦਾ ਹੈ। ਤਾਂ ਤੁਸੀਂ ਇਸ ਚੈਨਲ ਨਾਲ ਔਨ 에ਅਰ ਨਾਲ ਜੁੜੇ ਰਹਿਣਾ ਤਾਂ ਕਿ ਤੁਸੀਂ ਇਹ ਜਾਣ ਸਕੋ ਕਿ 4 ਤਰੀਕ ਨੂੰ ਸਰਕਾਰ ਕਿਸਾਨਾਂ ਨਾਲ ਕਿਵੇਂ ਗੱਲ ਕਰਦੀ ਹੈ ਤੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੈ। ਤਾਂ ਉਸ ਬਾਰੇ ਜ਼ਰੂਰ ਚਰਚਾ ਕਰਾਂਗੇ, ਅਸੀਂ ਦੁਬਾਰਾ ਜ਼ਰੂਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।